स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। मैं हरप्रीत ਸਿੰਘ विचार तकरार लैके एक बार फिर तो ਤੁਹਾਡੇ ਸਾਹਮਣੇ ਹਾਜ਼ਰ ਹਾਂ। ਲੋਕਤੰਤਰ ਦੀ ਇਹ ਖੂਬਸੂਰਤੀ ਹੈ ਕਿ ਆਪਣੀ ਹੱਕੀ ਮੰਗਾਂ ਦੇ ਲਈ ਤੁਸੀਂ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਹੋ, ਹੜਤਾਲਾਂ ਵੀ ਕਰ ਸਕਦੇ ਹੋ, ਸਰਕਾਰਾਂ ਤੱਕ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਸੜਕਾਂ ਵੀ ਮਲ ਸਕਦੇ ਹੋ। ਗੱਲ ਕਰ ਰਹੇ ਹਾਂ ਹੱਕੀ ਮੰਗਾਂ ਦੀ। ਅੱਜ ਜਿਸ ਪ੍ਰਦਰਸ਼ਨ ਤੇ ਅਸੀਂ ਆਏ ਹਾਂ, ਨਾ ਤਾਂ ਬੇਰੁਜ਼ਗਾਰਾਂ ਵੱਲੋਂ ਲਾਇਆ ਗਿਆ, ਨਾ ਅਧਿਆਪਕਾਂ ਵੱਲੋਂ ਲਾਇਆ ਜਾ ਰਿਹਾ, ਨਾ ਕਿਸਾਨਾਂ ਵੱਲੋਂ ਲਾਇਆ ਜਾ ਰਿਹਾ, ਯਾਨੀ ਕਿ ਸਾਡੇ ਕਰਜ਼ੇ ਮਾਫ ਕਰੋ ਜਾਂ ਸਰਕਾਰਾਂ ਦੇ ਜਿਹੜੇ ਵਾਅਦੇ ਸੀ ਉਹ ਮਾਫ ਕਰੋ। ਇਹ ਧਰਨਾ ਜਿਹੜਾ ਤੁਸੀਂ ਦੇਖ ਰਹੇ ਹੋ, ਪਹਿਲਾਂ ਮੈਂ ਧਰਨੇ ਦੀਆਂ ਕੋਈ ਤਸਵੀਰਾਂ ਤੁਹਾਨੂੰ ਦਿਖਾ ਦਾਂ, ਫਿਰ ਤੁਹਾਨੂੰ ਡਿਟੇਲ 'ਚ ਦੱਸਦੇ ਹਾਂ ਧਰਨਾ ਹੈ ਕੀ ਹੈ। ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ, ਭਾਵੇਂ ਬੀਬੀਆਂ ਹੋਣ, ਬਜ਼ੁਰਗ ਹੋਣ, ਜਵਾਨ ਹੋਣ, ਬੱਚੇ ਹੋਣ, ਇਹ ਸਾਰੇ ਇਸ ਧਰਨੇ ਦੇ ਵਿੱਚ ਬੈਠੇ ਹੋਏ ਨੇ। ਕਿਉਂ ਬੈਠੇ ਹੋਏ ਨੇ ਉਹ ਤੁਹਾਨੂੰ ਇਹ ਵੀ ਦੱਸਦੇ ਹਾਂ। ਦਰਅਸਲ ਅਸੀਂ ਅੱਜ ਪਹੁੰਚੇ ਹਾਂ ਬਰਨਾਲਾ ਦਾ ਮਨਜੀਤ ਸਿੰਘ ਧਨੇਰ ਦੇ ਹੱਕ ਦੇ ਵਿੱਚ ਇਹ ਧਰਨਾ ਪ੍ਰਦਰਸ਼ਨ ਲਾਇਆ ਜਾ ਰਿਹਾ ਹੈ। ਮਨਜੀਤ ਸਿੰਘ ਧਨੇਰ ਉਹ ਸ਼ਖਸੀਅਤ ਜਿਸ ਨੇ ਇੱਕ ਬੱਚੀ ਦੇ ਨਾਲ ਜਦੋਂ ਬਲਾਤਕਾਰ ਹੋਇਆ ਸੀ, ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਬੱਚੀ ਨਾਲ ਬਲਾਤਕਾਰ ਹੋਇਆ, ਸਮੂਹਕ ਬਲਾਤਕਾਰ ਹੋਇਆ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਇੱਕ ਵੱਡੀ ਜੰਗ ਲੜੀ ਔਰ ਉਸ ਜੰਗ ਦੇ ਵਿੱਚੋਂ ਕਾਮਯਾਬ ਹੋਏ। ਮੁਲਜ਼ਮਾਂ ਨੂੰ ਉਮਰ ਕੈਦ ਹੋਈ, ਪਰ ਇੱਕ ਅਜਿਹਾ ਭਾਣਾ ਵਾਪਰਿਆ ਕਿ ਜਿਨ੍ਹਾਂ ਨੂੰ ਉਮਰ ਕੈਦ ਹੋਈ, ਅਦਾਲਤ ਦੇ ਵਿੱਚ ਤੂੰ ਮੈਂ ਹੋਈ, ਆਮੋ ਸਾਹਮਣੇ ਦੋਵੇਂ ਧਿਰਾਂ ਹੋਈਆਂ ਤੇ ਇੱਕ ਸ਼ਖਸ ਦੀ ਮੌਤ ਹੋ ਗਈ। ਇਹ ਮਾਮਲਾ ਲੰਬਾ ਸਮਾਂ ਚੱਲਿਆ, ਜਿਸ ਦੇ ਵਿੱਚ ਮਨਜੀਤ ਸਿੰਘ ਧਨੇਰ ਸਹਿਤ ਕੁਝ ਲੋਕਾਂ ਨੂੰ ਉਮਰ ਕੈਦ ਦਿੱਤੀ ਗਈ। ਮਾਮਲਾ ਰਾਜਪਾਲ ਤੱਕ ਵੀ ਪਹੁੰਚਿਆ, ਹਾਈ ਕੋਰਟ 'ਚ ਪਹੁੰਚਿਆ, ਸੁਪਰੀਮ ਕੋਰਟ 'ਚ ਪਹੁੰਚਿਆ। ਕਈ ਥਾਵਾਂ ਤੇ ਮਨਜੀਤ ਸਿੰਘ ਧਨੇਰ ਨੂੰ ਰਾਹਤ ਮਿਲਦੀ ਰਹੀ, ਪਰ ਅੰਤ ਦੇ ਵਿੱਚ ਆ ਕੇ ਹੁਣ ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਦਿੱਤੀ ਗਈ ਹੈ। ਇਹ ਉਸ ਉਮਰ ਕੈਦ ਨੂੰ ਛਡਾਉਣ ਦੇ ਲਈ, ਉਹਨਾਂ ਨੂੰ ਰਿਹਾ ਕਰਨ ਦੇ ਲਈ ਇਹ ਪੱਕਾ ਧਰਨਾ ਜਿਹੜਾ ਬਰਨਾਲਾ ਦੀ ਜਿਹੜੀ ਜੇਲ੍ਹ ਦੇ ਬਾਹਰ ਲਗਾਇਆ ਗਿਆ। ਅੱਜ ਇਸ ਧਰਨੇ ਨੂੰ ਪੂਰਨ ਸਮਰਥਨ ਦਿੰਦੇ ਹੋਏ ਪੰਜਾਬ ਦੀਆਂ ਵੱਖ-ਵੱਖ ਸਮੂਹਕ ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਧਰਨੇ ਨੂੰ ਕਾਮਯਾਬ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ। ਮਨਜੀਤ ਸਿੰਘ ਧਨੇਰ ਕੌਣ ਸੀ, ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਲੋਕ ਆਪਣੇ ਘਰਾਂ ਨੂੰ, ਕੰਮਾਂ ਕਾਰਾਂ ਨੂੰ ਛੱਡ ਕੇ ਅੱਜ ਸੜਕ ਤੇ ਬੈਠੇ ਨੇ ਸਿਰਫ ਮਨਜੀਤ ਸਿੰਘ ਧਨੇਰ ਦੇ ਲਈ। ਆਖਰਕਾਰ ਮਨਜੀਤ ਸਿੰਘ ਧਨੇਰ ਐਡਾ ਵੱਡਾ ਲੀਡਰ ਬਣਿਆ ਕਿਵੇਂ? ਦਰਸ਼ਕਾਂ ਨੂੰ ਯਾਦ ਕਰਾ ਦਈਏ ਕਿ ਕਿਰਨਜੀਤ ਕੇਸ ਤੋਂ ਬਾਅਦ ਮਨਜੀਤ ਸਿੰਘ ਧਨੇਰ ਸੁਰਖੀਆਂ ਦੇ ਵਿੱਚ ਆਇਆ ਸੀ ਔਰ ਮਨਜੀਤ ਸਿੰਘ ਧਨੇਰ ਅਜਿਹਾ ਸ਼ਖਸ ਸੀਗਾ ਜਿਹਨੇ ਕਿਰਨਜੀਤ ਨੂੰ ਇਨਸਾਫ ਦਿਵਾਉਣ ਦੇ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਆਖਰਕਾਰ ਪੂਰਾ ਪਿਛੋਕੜ ਕੀ ਹੈ ਇਹ ਤੁਹਾਨੂੰ ਪੂਰਾ ਦਿਖਾ ਦਿੰਦੇ। ਲੋਕ ਨਾਇਕ ਵਜੋਂ ਉੱਭਰੇ ਮਨਜੀਤ ਸਿੰਘ ਧਨੇਰ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੇਰ ਦੇ ਵਿੱਚ ਹੋਇਆ। ਇਸ ਕਰਕੇ ਅੱਜ ਧਨੇਰ ਪਿੰਡ ਦਾ ਜ਼ਿਕਰ ਕਰਦੇ ਹਾਂ। ਮਨਜੀਤ ਸਿੰਘ ਦਾ ਨਾਮ ਆਪ ਮੁਹਾਰੇ ਸਭ ਦੇ ਸਾਹਮਣੇ ਆ ਜਾਂਦਾ ਹੈ। 29 ਜੁਲਾਈ 1997 ਨੂੰ ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਹੋਇਆ। ਜਬਰ ਜਨਾਹ ਤੋਂ ਬਾਅਦ ਕਿਰਨਜੀਤ ਕੌਰ ਦੀ ਲਾਸ਼ ਨੂੰ ਵੀ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਹਿਲ ਕਲਾਂ ਦੇ ਬਦਨਾਮ ਗੁੰਡੇ ਟੋਲੇ ਦੇ ਕਾਕੇ ਸਨ, ਜਿਨ੍ਹਾਂ ਦੀ ਪੁਲਿਸ ਅਤੇ ਸਿਆਸੀ ਦਰਬਾਰੇ ਪੂਰੀ ਭੁਗਤ ਸੀ। ਮਨਜੀਤ ਸਿੰਘ ਧਨੇਰ ਵਰਗੇ ਆਗੂਆਂ ਵੱਲੋਂ ਕਿਰਨਜੀਤ ਕੌਰ ਲਈ ਛਿੜਿਆ ਸੰਘਰਸ਼ ਰੰਗ ਲਿਆਇਆ ਤੇ ਕਿਰਨਜੀਤ ਕੌਰ ਦੀ ਲਾਸ਼ ਵੀ ਮਿਲੀ ਤੇ ਮੁਲਜ਼ਮਾਂ ਦੀ ਸ਼ਨਾਖਤ ਵੀ ਹੋਈ। 3 ਮਾਰਚ 2001 ਨੂੰ ਬਰਨਾਲਾ ਕਚਹਿਰੀਆਂ ਦੇ ਬਾਹਰ ਕੁਝ ਲੋਕਾਂ ਦੇ ਵਿਚਕਾਰ ਝਗੜਾ ਹੋਇਆ। ਇਸ ਦੌਰਾਨ ਮੁਲਜ਼ਮ ਧੜੇ ਨਾਲ ਸੰਬੰਧਿਤ ਦਲੀਪ ਸਿੰਘ ਦੀ ਮੌਤ ਹੋ ਗਈ। ਦਲੀਪ ਸਿੰਘ ਦੀ ਮੌਤ ਲਈ ਐਕਸ਼ਨ ਕਮੇਟੀ ਦੇ 3 ਆਗੂਆਂ ਨਾਰਾਇਣ ਦੱਤ, ਪ੍ਰੇਮ ਕੁਮਾਰ ਸਮੇਤ ਮਨਜੀਤ ਧਨੇਰ ਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਬਰਨਾਲਾ ਸੈਸ਼ਨ ਕੋਰਟ ਨੇ 28 ਮਾਰਚ 2005 ਨੂੰ 3 ਆਗੂਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। 24 ਅਗਸਤ 2007 ਨੂੰ ਪੰਜਾਬ ਦੇ ਤਤਕਾਲੀ ਗਵਰਨਰ ਨੇ ਐਕਸ਼ਨ ਕਮੇਟੀ ਦੇ 3 ਆਗੂਆਂ ਨੂੰ ਸੁਣਾਈ ਗਈ ਸਜ਼ਾ ਰੱਦ ਕਰ ਦਿੱਤੀ। ਸਜ਼ਾ ਰੱਦ ਦੇ ਖਿਲਾਫ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ। ਅਪੀਲ ਦੇ ਆਧਾਰ ਤੇ ਹਾਈ ਕੋਰਟ ਵੱਲੋਂ 11 ਫਰਵਰੀ 2008 ਨੂੰ ਨਾਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ, ਜਦਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਗਈ। ਮਨਜੀਤ ਧਨੇਰ ਵੱਲੋਂ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ। 3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਸੁਣਾਏ ਫੈਸਲੇ ਦੇ ਵਿੱਚ ਵੀ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ ਗਈ ਸੀ।
ਸੋ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੇ ਲਈ ਪੱਕਾ ਧਰਨਾ ਲਗਾਇਆ ਗਿਆ ਔਰ ਧਰਨੇ ਨੂੰ ਕਾਮਯਾਬ ਬਣਾਉਣ ਦੇ ਲਈ ਵੱਖ-ਵੱਖ ਧਿਰਾਂ ਨੇ ਜਿਹੜੀਆਂ ਉਹ ਸਹਿਮਤੀ ਭਰ ਰਹੀਆਂ ਨੇ ਕਿ ਵਾਕਈ ਮਨਜੀਤ ਸਿੰਘ ਧਨੇਰ ਨੂੰ ਜਿਹੜਾ ਰਿਹਾ ਕੀਤਾ ਜਾਣਾ ਨਜਾਇਜ਼ ਹੋਇਆ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਬੂਟਾ ਸਿੰਘ ਹੋਰਾਂ ਨਾਲ ਗੱਲ ਕਰਦੇ ਹਾਂ। ਬੂਟਾ ਸਿੰਘ ਜੀ, ਕਾਫੀ ਹਮਾਇਤ ਮਿਲੀ ਹੈ ਇਸ ਧਰਨੇ ਨੂੰ, ਹਮਾਇਤ ਬਹੁਤ ਵੱਡੀ ਮਿਲੀ ਹੈ, ਪਰ ਕਾਨੂੰਨ ਘਾੜੇ ਕਹਿੰਦੇ ਨੇ ਕਿ ਇਦਾਂ ਤਾਂ ਹਰ ਕੋਈ ਕਹਿਣ ਲੱਗ ਜਾਏਗਾ, ਜਿਹਨੂੰ ਸਜ਼ਾ ਹੋਊਗੀ ਉਹ ਧਰਨਾ ਲਾਏਗਾ ਤੇ ਸਜ਼ਾ ਮਾਫ ਕਰਾ ਲੇਗਾ। ਦੇਖੋ, ਜਿੱਥੋਂ ਤੱਕ ਹੈ ਕਿ ਹਰ ਕੋਈ ਕਹਿ ਦਊਗਾ, ਜਦੋਂ ਕੋਈ ਜੱਜਮੈਂਟ ਗਲਤ ਹੋ ਜੇ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਦਰਜ ਹੈ, ਧਾਰਾ 161, ਗਵਰਨਰ ਕੋਲ ਅਧਿਕਾਰ ਹੈ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਉਹ ਸਜ਼ਾ ਨੂੰ ਰੱਦ ਕਰ ਸਕਦਾ ਹੈ। ਮਾਮਲਾ ਗਵਰਨਰ ਤੱਕ ਗਿਆ ਸੀ ਨਾ, ਰਾਜਪਾਲ ਤੱਕ ਗਿਆ ਸੀ ਇਹ ਮਾਮਲਾ। ਬਿਲਕੁਲ, ਅਸੀਂ ਪੰਜਾਬ ਸਰਕਾਰ ਨੂੰ ਇਹ ਧਿਆਨ 'ਚ ਪਹਿਲਾਂ ਹੀ ਲਿਆਂਦਾ ਹੋਇਆ। ਅਸੀਂ ਜਦੋਂ ਪਟਿਆਲੇ ਬੈਠੇ ਮੋਰਚਾ ਲਾ ਕੇ 26 ਤਰੀਕ ਨੂੰ ਪੰਜਾਬ ਸਰਕਾਰ ਨੇ ਸਿਫਾਰਿਸ਼ ਕਰਕੇ ਇੱਕ ਵਾਰ ਗਵਰਨਰ ਪੰਜਾਬ ਦੇ ਦਫ਼ਤਰ ਉਹ ਫਾਈਲ ਪਹੁੰਚਾ ਦਿੱਤੀ ਆ, ਪਰ ਉਸ ਤੋਂ ਬਾਅਦ ਅੱਜ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਫਾਈਲ ਕਿੱਥੇ ਪਈ ਹੈ, ਗਵਰਨਰ ਕਰਦਾ ਹੈ ਨਹੀਂ ਕਰਦਾ, ਸਰਕਾਰ ਕੀ ਕਰਦੀ ਹੈ। ਬਿਲਕੁਲ ਚੁੱਪ ਵੱਟੀ ਹੋਈ ਹੈ ਪੰਜਾਬ ਸਰਕਾਰ ਦੀ। ਬੂਟਾ ਸਿੰਘ ਜੀ, ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਚਲਾ ਗਿਆ, ਰਾਸ਼ਟਰਪਤੀ ਤੱਕ ਵੀ ਚਲਾ ਗਿਆ, ਰਾਜਪਾਲ ਤੱਕ ਵੀ ਚਲਾ ਗਿਆ, ਹਲੇ ਵੀ ਤੁਹਾਨੂੰ ਆਸ ਤੇ ਉਮੀਦ ਹੈਗੀ ਹੈ ਕਿ ਇਸ ਮਾਮਲੇ 'ਚ ਕੁਝ ਹੋਏਗਾ? ਹਾਂ, ਸਾਨੂੰ ਪੂਰੀ ਉਮੀਦ ਆ, ਲੋਕਾਂ ਤੇ ਟੇਕ ਆ ਸਾਡੀ ਗੱਲ ਜਾਇਜ਼ ਹੈ ਕਿ ਸਜ਼ਾ ਨਿਹੱਕੀ ਹੈ, ਬੇਕਸੂਰ ਆ, ਉਹਨੇ ਕੋਈ ਕਤਲ ਨਹੀਂ ਕੀਤਾ। ਸਿਰਫ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ, ਇਨਸਾਫ ਨਹੀਂ ਕੀਤਾ। ਨਾ ਸੈਸ਼ਨ ਕੋਰਟ ਨੇ, ਨਾ ਹਾਈ ਕੋਰਟ ਨੇ, ਨਾ ਸੁਪਰੀਮ ਕੋਰਟ ਨੇ। ਅਸੀਂ ਇਨਸਾਫ ਚਾਹੁੰਦੇ ਹਾਂ। ਇਹ ਇਨਸਾਫ ਗਵਰਨਰ ਪੰਜਾਬ ਦੇ ਸਕਦਾ, ਉਹਦੇ ਕੋਲੇ ਪੂਰੇ ਅਧਿਕਾਰ ਆ ਤੇ ਇਨਸਾਫ ਲੈ ਕੇ ਰਹਾਂਗੇ। ਨਹੀਂ, ਪਰ ਗੱਲ ਇਹ ਹੈ ਕਿ ਤੁਸੀਂ ਕਾਨੂੰਨੀ ਚਾਰਾਜੋਈ ਜਾਰੀ ਕਿਉਂ ਨਹੀਂ ਰੱਖਦੇ? ਤੁਸੀਂ ਕਹਿੰਦੇ ਹੋ ਸੁਪਰੀਮ ਕੋਰਟ ਨੇ ਸਿਰਫ ਫੈਸਲਾ ਸੁਣਾਇਆ, ਤੁਸੀਂ ਸੁਪਰੀਮ ਕੋਰਟ 'ਚ ਦੁਬਾਰਾ ਕਿਉਂ ਨਹੀਂ ਗਏ? ਦੁਬਾਰਾ ਰੀਪੀਅਰ ਕਿਉਂ ਨਹੀਂ ਹੋਇਆ? ਦੇਖੋ, ਕਾਨੂੰਨੀ ਚਾਰਾਜੋਈ ਕੀਤੀ ਆ, 22 ਸਾਲ ਕੀਤੀ ਆ ਕਾਨੂੰਨੀ ਚਾਰਾਜੋਈ। ਜੇ ਮਨਜੀਤ ਧਨੇਰ ਨੂੰ 30 ਤਰੀਕ ਨੂੰ ਅਸੀਂ ਪੇਸ਼ ਕੀਤਾ ਤਾਂ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ। ਇਹਦੇ ਬਾਵਜੂਦ ਅਸੀਂ ਜਿਹੜੀ ਆਪਣੀ ਐਜੀਟੇਸ਼ਨ ਇਸ ਕਰਕੇ ਕਰਦੇ ਆ ਕਿ ਬੇਇਨਸਾਫੀ ਹੋਈ ਹੈ। ਇਹ ਬੇਇਨਸਾਫੀ ਦੇ ਵਿਰੁੱਧ ਮੋਰਚਾ ਹੈ, ਨਾ ਕਿ ਕਿਸੇ ਇੱਕ ਅਧਿਕਾਰੀ ਦੇ, ਨਾ ਇੱਕ ਸਰਕਾਰ ਦੇ, ਜਿਹਦੇ ਵਿੱਚ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਇੱਥੋਂ ਦਾ ਮਤਲਬ ਜਿਹੜੇ ਸਿਆਸੀ ਲੋਕ ਨੇ ਜਿਹਨੂੰ ਪੰਜਾਬ ਸਰਕਾਰ ਕਹਿੰਦੇ ਆ, ਤੇ ਇੱਥੋਂ ਦੀਆਂ ਜਿਹੜੀਆਂ ਅਦਾਲਤਾਂ, ਇਹ ਜਿਹੜਾ ਪੂਰਾ ਪ੍ਰਬੰਧ ਹੈ ਜਿਹਨੇ ਬੇਇਨਸਾਫੀ ਕੀਤੀ ਹੈ। ਇਹ ਬੇਇਨਸਾਫੀ ਦੇ ਵਿਰੁੱਧ ਇੱਕ ਮੌਤ ਤਾਂ ਹੋਈ ਹੈ ਨਾ, ਮੌਤ ਤਾਂ ਹੋਈ ਹੈ, ਫਿਰ ਉਸ ਮੌਤ ਲਈ ਜ਼ਿੰਮੇਵਾਰ ਕੌਣ? ਜਿਨ੍ਹਾਂ ਨੇ ਕਤਲ ਕੀਤਾ ਮਹਿਲ ਕਲਾਂ ਦੇ ਹੀ ਉਹੀ ਪਿੰਡ ਦਾ ਦਲੀਪਾ ਹੈ, ਉਸੇ ਪਿੰਡ ਦੇ ਉਹ ਲੋਕ ਆ 4 ਬੰਦੇ, ਉਹਨਾਂ ਨੇ ਅੱਜ ਵੀ ਜ਼ਿੰਮੇਵਾਰੀ ਲਈ ਆ 5-4 ਦਿਨ ਪਹਿਲਾਂ ਅਖਬਾਰਾਂ ਦੇ ਵਿੱਚ ਕਿ ਕਤਲ ਅਸੀਂ ਕੀਤਾ, ਸਾਡੀ ਸਿਆਸੀ ਦੁਸ਼ਮਣੀ ਸੀ, ਉਹਨਾਂ ਲੋਕਾਂ ਨੇ ਕੀਤਾ। ਸਿਰਫ ਮਨਜੀਤ ਧਨੇਰ ਦਾ ਕਸੂਰ ਇਹ ਹੈ ਕਿ ਉਹ ਕਿਰਨਜੀਤ ਕਾਂਡ ਜਿਹੜਾ ਹੋਇਆ, ਗੁੰਡਿਆਂ ਨੇ ਉਹ ਲੜਕੀ ਨਾਲ ਬਲਾਤਕਾਰ ਕਰਕੇ ਉਹਨੂੰ ਆਪਣੇ ਖੇਤਾਂ ਵਿੱਚ ਦੱਬਿਆ, ਉਹਦੀ ਲਾਸ਼ ਕਢਵਾਈ, ਗੁੰਡਿਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਵਾਇਆ। ਉਹ ਅਗਵਾਈ ਕਰਨ ਵਾਲਿਆਂ ਨੂੰ ਪੁਲਿਸ ਨੇ, ਸਿਆਸਤ ਨੇ ਤੇ ਗੁੰਡਿਆਂ ਨੇ ਇੱਕ ਸਾਜ਼ਿਸ਼ ਤਹਿਤ ਝੂਠੇ ਕਤਲ ਕੇਸ ਦੇ ਮੁਕੱਦਮੇ ਵਿੱਚ ਫਸਾਇਆ, ਜਿਹਦੇ 'ਚ ਸਜ਼ਾ ਹੋਈ ਹੈ। ਇਸ ਕਰਕੇ ਜਿਹੜਾ ਐਜੀਟੇਸ਼ਨ ਅਸੀਂ ਕਰ ਰਹੇ ਹਾਂ ਕਿ ਜੱਗੋਂ 13ਵੀਂ ਹੋਈ ਹੈ, ਬੇਇਨਸਾਫੀ ਹੋਈ ਹੈ। ਅੱਗੇ ਤੋਂ ਕਿਸੇ ਦੀ ਧੀ ਭੈਣ ਦੇ ਨਾਲ ਕੋਈ ਬਲਾਤਕਾਰ ਹੁੰਦਾ, ਕੋਈ ਅਗਵਾਹ ਹੁੰਦੀ ਹੈ, ਤਾਂ ਮਤਲਬ ਜਿਹੜੇ ਲੜਨ ਵਾਲੇ ਲੋਕ ਹੈ, ਹਾਂ, ਉਹਨਾਂ ਨੇ ਖੜਨਾ ਨਹੀਂ ਹੈ। ਗੁੰਡਿਆਂ ਦੇ ਜਿਹੜੇ ਹੌਸਲੇ ਆ ਉਹ ਬੁਲੰਦ ਹੋਣਗੇ, ਅਗਰ ਜਿਹੜਾ ਲੜਕੀਆਂ ਲਈ ਲੜਨ ਵਾਲੇ ਆ ਉਹਨਾਂ ਦੇ ਹੌਸਲੇ ਪਸਤ ਹੋਣ। ਠੀਕ ਹੈ, ਠੀਕ ਹੈ। ਜੇ ਮੈਂ ਗਲਤ ਨਹੀਂ ਹੈ ਤਾਂ ਮਨਜੀਤ ਸਿੰਘ ਧਨੇਰ ਦੇ ਨਾਲ ਤੁਹਾਨੂੰ ਵੀ ਸਜ਼ਾ ਹੋਈ ਸੀਗੀ? ਹਾਂਜੀ ਹਾਂਜੀ। ਅੱਛਾ, ਫਿਰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਤੁਹਾਨੂੰ ਛੱਡ ਦਿੱਤਾ ਗਿਆ, ਤੁਹਾਡੇ ਦੂਜੇ ਸਾਥੀ ਨੂੰ ਛੱਡ ਦਿੱਤਾ ਗਿਆ, ਮਨਜੀਤ ਸਿੰਘ ਧਨੇਰ ਨੂੰ ਕਿਉਂ ਨਹੀਂ ਛੱਡਿਆ ਗਿਆ? ਇਹ FIR ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਲਿਖਾਇਆ ਸੀ, ਦਲੀਪ ਸਿੰਘ ਦਾ ਕਤਲ ਹੋਇਆ, ਉਹਦੇ ਬੇਟੇ ਵੱਲੋਂ FIR ਸੀ, ਉਹਦੇ ਵਿੱਚ ਲਿਖਾਇਆ ਗਿਆ ਕਿ ਜਦੋਂ ਅਸੀਂ ਕਚਹਿਰੀਆਂ 'ਚੋਂ ਬਾਹਰ ਆ ਰਹੇ ਸੀ ਤਾਂ ਮਨਜੀਤ ਧਨੇਰ ਨੇ ਸਾਨੂੰ ਦੇਖ ਕੇ ਲਲਕਰਾ ਮਾਰਿਆ ਕਿ ਕਿਰਨਜੀਤ ਦੇ ਕਾਤਲ ਬਚ ਕੇ ਨਹੀਂ ਜਾਣ ਦੇਣੇ, ਸੁੱਕੇ ਨਹੀਂ ਜਾਣ ਦੇਣੇ। ਤੇ ਉਹਦੇ ਹੱਥ ਦੇ ਵਿੱਚ ਕਿਰਚ ਲਿਖਾਈ ਗਈ ਤੇ ਮੈਂ ਪ੍ਰੇਮ ਕੁਮਾਰ ਤੇ ਨਰੈਣ ਦੱਤ ਨੇ ਦਲੀਪ ਸਿੰਘ ਦੀਆਂ ਸੱਜੀਆਂ ਖੱਬੀਆਂ ਬਾਹਾਂ ਫੜ ਲੀਆਂ ਤੇ ਮਨਜੀਤ ਸਿੰਘ ਨੇ ਉਹਦੇ ਸਿਰ 'ਚ ਵਾਰ ਕੀਤਾ। ਉਹ ਸਾਰੀ ਘਟਨਾ ਦੇ ਵਿੱਚ ਜਿਹੜੇ 3 ਹੋਰ ਫੱਟੜ ਹੋਏ ਸੀ ਤੇ ਉਹਨਾਂ ਨੇ ਉਵੇਂ ਜਿਵੇਂ ਝੂਠੀਆਂ ਗਵਾਹੀਆਂ ਦੇ ਆਧਾਰਿਤ ਸਾਨੂੰ ਤਿੰਨਾਂ ਨੂੰ ਥੱਲੇ 6 ਜੱਜ ਨੇ ਉਮਰ ਕੈਦ ਦੀ ਸਜ਼ਾ ਕਰੀ ਤੇ ਹਾਈ ਕੋਰਟ ਨੇ, ਜਿੱਥੇ ਉਸ ਤੋਂ ਬਾਅਦ ਗਵਰਨਰ ਨੇ ਜਿਹੜੀ ਸਾਡੀ ਤਿੰਨਾਂ ਦੀ ਸਜ਼ਾ 24/7/2007 ਨੂੰ ਮਾਫ ਕੀਤੀ ਸੀ, ਉਹ ਹਾਈ ਕੋਰਟ ਦੇ ਵਿੱਚ ਵਿਰੋਧੀਆਂ ਨੇ ਚੈਲੰਜ ਕੀਤਾ ਤੇ ਹਾਈ ਕੋਰਟ ਨੇ ਗਵਰਨਰ ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ, ਪਰ ਨਾਲ ਦੀ ਨਾਲ ਅਪੀਲ ਚੱਕ ਕੇ ਸਾਨੂੰ ਡਾਊਟ ਆਫ ਬੈਨੀਫਿਟ ਦੇ ਕੇ ਸਾਨੂੰ ਮੈਨੂੰ ਤੇ ਨਰੈਣ ਦੱਤ ਨੂੰ ਬਰੀ ਕੀਤਾ ਤੇ ਮਨਜੀਤ ਧਨੇਰ ਨੂੰ ਉਵੇਂ ਜਿਵੇਂ ਸੈਸ਼ਨ ਜੱਜ ਵਾਲਾ ਫੈਸਲਾ। ਅਸਲ 'ਚ ਹੋਇਆ ਕੀ ਸੀ ਉਸ ਦਿਨ?
ਉਸ ਦਿਨ ਹੋਇਆ ਇਹ ਸੀ ਕਿ ਕਿਰਨਜੀਤ ਦਾ ਉਹਦੇ ਫੈਸਲਾ ਸੁਣਾਉਣਾ ਸੀ। ਇਹ ਪੂਰਾ ਆਪਦੀ ਤਿਆਰੀ ਨਾਲ ਆਏ ਸੀ, ਕਿਉਂਕਿ ਇਹਨਾਂ ਨੂੰ ਐ ਸੀਗਾ ਵੀ ਸਾਡੇ ਮੁੰਡੇ ਆ ਜਿਹੜੇ ਬਰੀ ਹੋਣਗੇ। ਪਰ ਉਹ ਮਹਿਲ ਕਲਾਂ ਦੀ ਉਹਨਾਂ ਦੇ ਨਿੱਜੀ ਵਿਰੋਧੀਆਂ ਨੇ, ਕਿਉਂਕਿ ਗੁੰਡੇ ਸੀ ਜਿਨ੍ਹਾਂ ਨਾਲ ਉਹਨਾਂ ਨੇ ਧੱਕਾ ਧੌਲਾ ਕਰਿਆ ਹੋਇਆ ਸੀ, ਉਹ ਮਿੱਥ ਕੇ ਆਏ ਸੀ ਕਿ ਅੱਜ ਉਹਨਾਂ ਦੇ ਉੱਤੇ ਕਚਹਿਰੀਆਂ ਦੇ ਵਿੱਚ ਹਮਲਾ ਕਰਨਾ ਹੈ ਤੇ ਉਹ ਉੱਥੇ ਉਹਨਾਂ ਨੂੰ ਕਤਲ ਕਰਨਾ ਜਾਂ ਫੱਟੜ ਕਰਨਾ ਹੈ। ਇਹ ਉਹਨਾਂ ਦੀ ਸਕੀਮ ਸੀ ਤੇ ਉਹ FIR ਦੇ ਵਿੱਚ ਚਾਰੇ ਤਾਂ ਉੱਥੋਂ ਭੱਜੇ ਹੀ ਨਹੀਂ ਸੀ, ਮੌਕੇ ਤੇ ਹੀ ਫੜ ਲਏ ਗਏ ਸੀ। ਪਰ ਪੂਰੀ ਇੱਕ ਸਿਆਸੀ ਗੁੰਡਾ ਪੁਲਿਸ ਸਿਆਸੀ ਅਦਾਲਤੀ ਗੱਠਜੋੜ ਦੇ ਤਹਿਤ ਹੀ ਸਾਡਾ ਵੀ 3 ਜਣਾਂ ਦਾ ਨਾਂ FIR ਦੇ ਵਿੱਚ ਵੈਸੇ ਹੀ ਲਿਖਾ ਦਿੱਤਾ ਤੇ ਜਿਹਦੇ ਤਹਿਤ ਹੀ ਸਾਨੂੰ ਇਹ ਸਾਰੀਆਂ ਝੂਠੀਆਂ ਗਵਾਹੀਆਂ ਦੇ ਆਧਾਰ ਤੇ ਸਜ਼ਾ ਹੋਈ। ਪਰ ਇੱਕ ਗੱਲ ਨਹੀਂ ਸਮਝ ਆਉਂਦੀ, ਸ਼ੱਕ ਦੇ ਆਧਾਰ ਤੇ ਤੁਹਾਡੇ ਤਿੰਨਾਂ ਤੇ ਪਰਚਾ ਦਰਜ ਹੋ ਗਿਆ, ਤੁਸੀਂ ਕਹਿੰਦੇ ਸਬੂਤਾਂ ਦੀ ਘਾਟ ਨਾਲ ਤੁਹਾਨੂੰ ਛੱਡ ਦਿੱਤਾ ਗਿਆ। ਫਿਰ ਮਨਜੀਤ ਧਨੇਰ ਦੇ ਖਿਲਾਫ ਕਿਹੜਾ ਅਜਿਹਾ ਸਬੂਤ ਮਿਲ ਗਿਆ ਸੀ ਕਿ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ? ਕਿਉਂਕਿ ਇਸ ਸਾਰੇ ਕੇਸ ਦੇ ਵਿੱਚ ਜਿਹੜੇ ਫੱਟੜ ਗਵਾਹ ਨੇ, ਫੱਟੜ ਗਵਾਹ ਇਹ ਕਹਿੰਦੇ ਸੀਗੇ ਵੀ ਹਾਂ ਇਹ 3 ਜਾਣੇ ਸੀਗੇ। ਮਨਜੀਤ ਨੇ ਸਾਨੂੰ ਦੇਖ ਕੇ ਲੜਕੜਾ ਮਾਰਿਆ, ਮਤਲਬ ਇਹ ਸਾਜ਼ਿਸ਼ ਸੀ ਸਾਰੀ। ਹਾਂ, ਸਾਰੀ ਸਾਜ਼ਿਸ਼ ਦੇ ਤਹਿਤ ਹੀ ਉਹ ਜਿਹੜੇ ਫੱਟੜ ਗਵਾਹ ਸੀ ਉਹਨਾਂ ਦੇ ਬੰਦੇ ਸੀ। ਉਹਨਾਂ ਨੇ ਬਕਾਇਦਾ ਕੋਰਟ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਿਆਨ ਦਿੱਤੇ, ਕਿਉਂਕਿ ਹਾਈ ਕੋਰਟ ਨੇ ਸਾਨੂੰ ਦੇਖਿਆ ਵੀ ਇੱਕ 82 ਸਾਲ ਦੇ ਬਜ਼ੁਰਗ ਦੀਆਂ ਬਾਹਾਂ ਫੜਨ ਦੀ ਕੋਈ ਲੋੜ ਨਹੀਂ ਹੈ ਤੇ ਮਨਜੀਤ ਨੇ ਜੇ ਕਰਚਰਾ ਵਾਰ ਕਰਨਾ ਹੁੰਦਾ ਉਹੀ ਕਰ ਸਕਦਾ ਸੀ। ਉਸੇ ਆਧਾਰ ਤੇ ਵੀ ਉਹਦੇ ਹੱਥ 'ਚ ਹਥਿਆਰ ਦਿਖਾਏ ਹੈ ਤੇ ਇੱਕ ਉਹਦਾ ਲਲਕਰਾ ਹੈ ਤੇ ਇਸੇ ਕਰਕੇ ਉਹਨੂੰ 4 ਦੇ ਨਾਲ ਜਿਹੜੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਇੱਕ ਦੂਜੀ ਵੱਡੀ ਗੱਲ ਜਿਹੜੀ ਸੀ, ਇਹ ਸਾਰੇ ਕੇਸ ਦੇ ਵਿੱਚ 302 ਤੇ ਹੋਰ ਧਾਰਾਵਾਂ ਦੇ ਨਾਲ 148 49 ਧਾਰਾ ਲਾਈ ਹੋਈ ਸੀ, ਜਿਹਦੇ ਤਹਿਤ ਹੁੰਦਾ ਵੀ 5 ਜਾਂ 5 ਤੋਂ ਵੱਧ ਬੰਦੇ ਕੋਈ ਜੁਰਮ ਕਰਦੇ ਆ। ਪਰ ਇਹ ਉਹਨਾਂ 4 ਸੀਗੇ ਜਿਹੜੇ ਐਕਚੁਅਲੀ ਉਹਦਾ ਕਤਲ ਕਰਨ ਵਾਲੇ ਸੀ ਤੇ ਇਹਨੂੰ 5 ਮੈਨੂੰ ਨਾਲ ਰੱਖ ਕੇ 5 ਪੂਰੇ ਕਰਕੇ 148 49 ਕਾਇਮ ਰੱਖੀ ਤੇ ਦੂਜਿਆਂ ਨੂੰ ਵੀ ਉਵੇਂ ਜਿਵੇਂ ਸਾਰੀਆਂ 302 ਧਾਰਾਵਾਂ ਦੇ ਤਹਿਤ ਸਜ਼ਾ ਹੋਈ। ਔਰ ਇੱਥੇ ਗੱਲ ਨੋਟ ਕਰਨ ਵਾਲੀ ਹੈ ਕਿ ਸੰਘਰਸ਼ ਦੀ ਇੰਨੀ ਲੰਬੀ ਲੜਾਈ ਲੜਦਿਆਂ ਹੋਇਆ ਔਰ ਇਹ ਉਦੋਂ ਮਨਜੀਤ ਸਿੰਘ ਧਨੇਰ ਕਤਲ ਕਰੇਗਾ ਜਦੋਂ ਉਹਨਾਂ ਨੂੰ ਸਜ਼ਾ ਹੋਣ ਵਾਲੀ ਹੈ। ਇਹ ਗੱਲਾਂ ਅੱਖੋਂ ਪਰੋਖੇ ਨਹੀਂ ਕੀਤੀਆਂ ਜਾ ਸਕਦੀਆਂ। ਇਹ ਸਾਡੇ ਨਾਲ ਇੱਕ ਖਾਸ ਹੋਰ ਮਹਿਮਾਨ ਨਾਰਾਇਣ ਤੱਤ ਵੀ ਮੌਜੂਦ ਨੇ। ਤੁਸੀਂ ਦੱਸੋ ਜੀ, ਕਿਉਂਕਿ ਜੋ ਇਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਨੇ ਕਿ ਇੱਕ ਸਾਜ਼ਿਸ਼ ਸੀਗੀ, ਉਹ ਸਾਜ਼ਿਸ਼ 'ਚ ਤੁਹਾਨੂੰ ਇਹਨਾਂ ਨੂੰ ਤੇ ਮਨਜੀਤ ਨੂੰ ਫਸਾਉਣ ਦੀ ਕੋਸ਼ਿਸ਼ ਸੀ, ਪਰ ਉਹ ਸਾਜ਼ਿਸ਼ ਦੇ ਵਿੱਚੋਂ ਤੁਸੀਂ ਦੋਵੇਂ ਨਿਕਲ ਜਾਂਦੇ ਹੋ, ਮਨਜੀਤ ਸਿੰਘ ਧਨੇਰ ਫਸ ਜਾਂਦੇ ਨੇ। ਇਹ ਸਾਜ਼ਿਸ਼ ਕੋਈ ਨਾ ਪਹਿਲੀ ਸੀ ਨਾ ਉਹਨਾਂ ਦੀ ਆਖਰੀ ਸੀ। ਜਿਸ ਦਿਨ ਅਸੀਂ 2 ਅਗਸਤ 1997 ਨੂੰ ਕਿਰਨਜੀਤ ਨੂੰ ਇਨਸਾਫ ਦਿਵਾਉਣ ਦੇ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਸੀ, ਉਸੇ ਦਿਨ ਤੋਂ ਇਹਨਾਂ ਨੇ ਹਾਈ ਕੋਰਟ 'ਚ ਰਿਟਾਂ ਪਾਉਣੀਆਂ। ਇਹਨਾਂ ਨੇ ਐਕਸ਼ਨ ਕਮੇਟੀ ਦੇ ਖਿਲਾਫ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਣੀਆਂ। ਸਿਆਸਤਦਾਨਾਂ ਨੇ ਵੱਖਰੇ ਵੱਖਰੇ ਢੰਗ ਦਰਸ਼ਨ ਮਾਸਟਰ ਦੇ ਪਰਿਵਾਰ ਨੂੰ ਇਹ ਕਹਿਣਾ ਕਿ ਜਦੋਂ 2 ਅਗਸਤ 3 ਅਗਸਤ ਕਿ ਦਰਸ਼ਨ ਮਾਸਟਰ ਦਾ ਪਰਿਵਾਰ ਸਹਿਯੋਗ ਨਹੀਂ ਕਰ ਰਿਹਾ, ਉਹ ਸਾਰੀ ਪੁਲਿਸ, ਉਹ ਸਾਰੇ ਗੁੰਡੇ, ਉਹ ਸਾਰੇ ਸਿਆਸਤਦਾਨ ਰਲ ਕੇ ਇਸ ਗੱਲ ਦੀ ਤਾਕਤ ਸਨ ਕਿ ਇਹ ਕੇਸ ਜਿਹੜਾ ਮੁੜ ਕੇ ਮਾਸਟਰ ਦਰਸ਼ਨ ਦੇ ਗਲ ਹੀ ਪਾ ਦਿੱਤਾ ਜਾਵੇ ਤੇ ਜਿਹੜੇ ਗੁੰਡੇ ਆ ਜਿਹੜੇ ਅਸਲ 'ਚ ਇਸ ਕਿਰਨਜੀਤ ਦੇ ਅਗਵਾ ਕਾਂਡ ਦੇ ਦੋਸ਼ੀ ਸਨ ਉਹਨਾਂ ਨੂੰ ਬਚਾਉਣ ਦੀ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਸਨ। ਫਿਰ ਜਦੋਂ ਲੋਕਾਂ ਨੇ ਐਕਸ਼ਨ ਕਮੇਟੀ ਦੀ ਅਗਵਾਈ ਦੇ ਵਿੱਚ ਘੋਲ ਲੜਿਆ ਵੀ ਤਾਂ ਫਿਰ ਵੀ ਉਹਨਾਂ ਨੇ ਸਾਜ਼ਿਸ਼ਾਂ ਰਚੀਆਂ। ਉਹਨਾਂ ਨੇ ਹਾਈ ਕੋਰਟ 'ਚ, ਉਹਨਾਂ ਨੇ ਸੈਸ਼ਨ ਕੋਰਟ 'ਚ ਰਿਟਾਂ ਪਾਈਆਂ ਕਿ ਸਾਡਾ ਘਰ ਬਰਬਾਦ ਕਰਤਾ, ਸਾਡੇ ਪਸ਼ੂ ਉਜਾੜਤੇ, ਸਾਡੇ ਘਰਾਂ ਨੂੰ ਜਿੰਦਰੇ ਲਾਤੇ, ਸਾਨੂੰ ਘਰਾਂ ਜਾਣ ਦਿੱਤਾ ਜਾ ਰਿਹਾ। ਜਦ ਕਿ ਐਕਸ਼ਨ ਕਮੇਟੀ ਨੇ ਹਮੇਸ਼ਾ ਡੈਮੋਕ੍ਰੇਟਿਕ ਢੰਗ ਦੇ ਨਾਲ, ਜਮਹੂਰੀ ਢੰਗ ਦੇ ਨਾਲ ਲੜਾਈ ਲੜੀ ਹੈ। ਸਮੁੱਚੇ 22 ਸਾਲ ਦੇ ਇਤਿਹਾਸ ਦੇ ਅੰਦਰ ਕਿਸੇ ਇੱਕ ਰੇੜੀ ਵਾਲੇ ਦੀ ਮੂੰਗਫਲੀ ਤੱਕ ਵੀ ਚੁੱਕ ਕੇ ਕਿਸੇ ਨੇ ਪਾਸੇ ਨਹੀਂ ਕੀਤੀ, ਭਾਵੇਂ ਇਹਦੇ ਵਿੱਚ ਸਾਨੂੰ ਸੰਘਰਸ਼ ਦੀਆਂ ਫਾਰਮਾਂ ਕੋਈ ਵੀ ਦੇਣੀਆਂ ਪਈਆਂ ਨੇ। ਜਦੋਂ ਅਸੀਂ ਇੱਥੋਂ ਦੇ ਇੰਸਪੈਕਟਰ ਵਾਈ ਨੂੰ ਸਜ਼ਾ ਕਰਵਾਉਣੀ ਸੀ, ਜਦੋਂ ਉਹਨੂੰ ਨੌਕਰੀ ਤੋਂ ਬਰਤਰਫ ਕਰਾਉਣਾ ਸੀ, ਤਾਂ ਮੈਂ ਸਮਝਦਾ ਕਿ ਸਾਨੂੰ ਉਦੋਂ ਵੀ ਰੇਲਾਂ ਵੀ ਘੇਰਨੀਆਂ ਪਈਆਂ ਨੇ, ਉਦੋਂ ਸਾਨੂੰ ਬਰਨਾਲੇ ਦੀ ਧਰਤੀ ਤੇ ਜਾਮ ਵੀ ਲਾਉਣੇ ਪਏ ਆ, SSP ਦਫ਼ਤਰ ਵੀ ਘੇਰਨੇ ਪਏ ਆ, ਕਿਉਂਕਿ ਸਾਡੀ ਗੱਲ ਕਿਸੇ ਨੇ ਵੀ ਜਿੰਨਾ ਚਿਰ ਅਸੀਂ ਸੰਘਰਸ਼ ਦਾ ਰਸਤਾ ਅਖਤਿਆਰ ਨਹੀਂ ਕੀਤਾ, ਜਿੰਨਾ ਚਿਰ ਅਸੀਂ ਲੋਕਾਂ ਨੂੰ ਨਾਲ ਜੋੜਿਆ ਨਹੀਂ, ਉਹਨਾਂ ਚਿਰ ਸਾਡੀ ਗੱਲ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਸਿਆਸਤਦਾਨ ਨੇ ਕੋਈ ਨਹੀਂ ਸੁਣੀ। ਸਾਨੂੰ ਹਰ ਪਲ ਤੇ ਲੜਨਾ ਪਿਆ, ਹਰ ਪਲ ਤੇ ਲੋਕਾਂ ਦਾ ਸਾਥ ਲੈਣਾ ਪਿਆ। ਅਸੀਂ ਐਕਸ਼ਨ ਕਮੇਟੀ ਦੀ ਬੁਨਿਆਦ ਹੀ ਇਸ ਗੱਲ ਤੇ ਰੱਖੀ ਸੀ ਕਿ ਅਸੀਂ ਲੋਕਾਂ ਦੀ ਤਾਕਤ ਤੇ ਟੇਕ ਰੱਖ ਕੇ ਤੁਰਾਂਗੇ। ਇਹੀ ਅਸਲ 'ਚ ਪ੍ਰਸ਼ਾਸਨ ਨੂੰ, ਇਹੀ ਸਿਆਸਤਦਾਨਾਂ ਨੂੰ ਭਾਉਂਦਾ ਨਹੀਂ ਸੀ ਕਿ ਅਸੀਂ ਉਹ ਲੋਕ ਜਿਨ੍ਹਾਂ ਲੋਕਾਂ ਦਾ ਉਸ ਸਮੇਂ 55 ਸਾਲ ਤੋਂ ਮਹਿਲਕਲਾਂ ਦੀ ਧਰਤੀ ਤੇ ਦਬਦਬਾ ਸੀ, ਉਹ ਦਬਦਬਾ ਤੋੜਿਆ ਕਿਨੇ? ਲੋਕਾਸ਼ਾਹੀ ਤਾਕਤ ਨੇ ਤੋੜਿਆ, ਲੋਕਾਂ ਦੇ ਸਾਂਝੇ ਜਥੇਬੰਦਕ ਸੰਘਰਸ਼ ਨੇ ਤੋੜਿਆ। ਤੇ ਉਹਨਾਂ ਨੂੰ ਜਿਨ੍ਹਾਂ ਵਿਅਕਤੀਆਂ ਨੇ ਉਸ ਦਲੀਪ ਦਾ ਕਤਲ ਵੀ ਕੀਤਾ, ਉਹਨਾਂ ਨੂੰ ਤਾਕਤ ਅਸਲ ਵਿੱਚ ਇਸ ਐਕਸ਼ਨ ਕਮੇਟੀ ਨੇ ਦਿੱਤੀ। ਲੋਕਾਂ ਦੀ ਅਗਵਾਈ ਕਰਨ ਵਾਲੀਆਂ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਦਿੱਤੀ, ਜਿਨ੍ਹਾਂ ਨੂੰ ਉਹਨਾਂ ਨੂੰ ਇਸ ਗੱਲ ਦੇ ਸਮਰੱਥ ਬਣਾਇਆ ਕਿ ਹੁਣ ਇਹ ਜ਼ੀਰੋ ਹੋ ਗਿਆ। ਜਿਨ੍ਹਾਂ ਦੀ ਤਾਕਤ
ਤਾਕਤ ਅੱਜ ਕੁੱਤੇ ਦੇ ਬਰਾਬਰ ਨਹੀਂ ਹੈ। ਇਸ ਕਰਕੇ ਉਹਨਾਂ ਦੀ ਜ਼ਰੂਰਤ ਪਈ ਕਿ ਉਹਨਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਸਾਨੂੰ, ਕਿਉਂਕਿ ਅਸੀਂ ਲੋਕਾਂ ਨੂੰ ਗਵਾਹੀ ਦਿੱਤੀ, ਅਸੀਂ ਲੋਕਾਂ ਦਾ ਦਾਬਾ ਉਹਨਾਂ ਦਾ ਚੱਕਿਆ। ਅਸੀਂ ਲੋਕਾਂ ਨੂੰ ਇਹ ਗੱਲ ਕਹੀ ਕਿ ਜਬਰ ਅੱਗੇ ਸਿਰ ਸੁੱਟ ਕੇ ਨਹੀਂ ਜਿਉਣਾ, ਸਗੋਂ ਜਬਰ ਦੇ ਅੱਗੇ ਸਿਰ ਤੋਂ ਉੱਚਾ ਕਰਕੇ ਜਿਉਣਾ। ਨਾਰਾਇਣ ਦਾ ਸਾਹਿਬ ਕਾਨੂੰਨ ਘਾੜੇ ਕਹਿੰਦੇ ਨੇ ਕਿ ਇਹ ਗਲਤ ਉਦਾਹਰਨ ਸੈੱਟ ਨਹੀਂ ਹੋਏਗੀ ਕਿ ਅਦਾਲਤਾਂ ਨੇ ਸਜ਼ਾ ਦੇ ਦਿੱਤੀ, ਤੁਸੀਂ ਇੱਥੇ ਧਰਨਾ ਲਾ ਰਹੇ ਹੋ, ਧਰਨੇ ਤੋਂ ਬਾਅਦ ਪ੍ਰੈਸ਼ਰ ਪਾ ਰਹੇ ਹੋ, ਉਸ ਪ੍ਰੈਸ਼ਰ ਦੇ ਵਿੱਚ ਸਰਕਾਰ ਨੂੰ ਮਜਬੂਰ ਹੋ ਕੇ ਮਨਜੀਤ ਧਨੇਰ ਨੂੰ ਜੇ ਛੱਡਤਾ, ਕੱਲ ਨੂੰ ਕਿਸੇ ਨੂੰ ਹੋਰ ਸਜ਼ਾ ਹੋਗੀ ਉਹ ਫਿਰ ਸੜਕਾਂ ਤੇ ਆ ਜਾਣਗੇ। ਹਾਂ, ਇਹ ਗੱਲ ਕਿ ਪਹਿਲੀ ਗੱਲ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਜਦੋਂ ਧੀਆਂ ਧਿਆਣੇ ਦੀ ਰਾਖੀ ਲਈ ਜੂਝਦਾ ਹੋਇਆ ਕੋਈ ਲੋਕ ਆਗੂ ਜੇਲ੍ਹ ਦੀਆਂ ਸੀਖਾਂ ਪਿੱਛੇ ਗਿਆ ਹੋਵੇ, ਇਹ ਇਤਿਹਾਸ ਦੇ ਵਿੱਚ ਉਹਦੇ ਖਿਲਾਫ ਕੋਈ ਝੂਠਾ ਕਤਲ ਦਾ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਗਿਆ ਹੋਵੇ, ਸਾਰੀਆਂ ਅਦਾਲਤਾਂ ਨੇ ਖਾਮੋਸ਼ੀ ਧਾਰੀ ਹੋਵੇ, ਚੁੱਪ ਜਿਹੜਾ ਸੱਚ ਹੈ ਸੱਚ ਨੂੰ ਦਰਕਨਾਰ ਕੀਤਾ ਹੋਵੇ, ਇਹ ਇਤਿਹਾਸ ਦੇ ਅੰਦਰ ਪਹਿਲੀ ਵਾਰੀ ਵਾਪਰਿਆ। ਇਹ ਬੱਚੇ ਨੂੰ ਪੁੱਛਿਆ ਮਹਿਲ ਕਲਾਂ ਕੀ, ਤੁਸੀਂ ਆ ਬੈਠੇ ਹਜ਼ਾਰਾਂ ਲੋਕਾਂ ਨੂੰ ਪੁੱਛ ਕੇ ਦੇਖੋ, ਕੱਲੇ ਬੱਚੇ ਦੀ, ਕੱਲੇ ਪ੍ਰਸ਼ਾਸਨ ਦੀ, ਕੱਲੇ ਸਿਆਸਤਦਾਨ ਨੂੰ ਪਤਾ ਹੈ ਕਿ ਸਾਡਾ ਉਸ ਮਸਲੇ ਦੇ ਨਾਲ ਕੋਈ ਤਾਲੁਕ ਨਾ ਸੀ ਨਾ ਹੈ। ਅਸੀਂ ਜਦੋਂ ਕਤਲ ਕੀਤਾ ਹੀ ਨਹੀਂ ਤਾਂ ਅਸੀਂ ਕਿਉਂ ਭੁਗਤੀਏ? ਅਸੀਂ ਅਦਾਲਤਾਂ ਦੇ ਵਿੱਚ ਵੀ ਗਏ ਆ, ਪਰ ਅਸੀਂ ਟੇਕ ਲੋਕਾਂ ਤੇ ਵੀ ਰੱਖੀ ਹੈ। ਹੁਣ ਸਾਨੂੰ ਇਨਸਾਫ ਦੀ ਉਮੀਦ, ਅਸੀਂ ਅਦਾਲਤਾਂ ਕਹਿੰਦੇ ਆ, ਅਦਾਲਤਾਂ ਇਨਸਾਫ ਨਹੀਂ ਕਰਦੀਆਂ, ਅਦਾਲਤਾਂ ਫੈਸਲੇ ਕਰਦੀਆਂ ਨੇ। ਮਨਜੀਤ ਧਨੇਰ ਦੇ ਸੰਬੰਧ 'ਚ ਅਦਾਲਤਾਂ ਨੇ ਫੈਸਲਾ ਕੀਤਾ, ਇਨਸਾਫ ਨਹੀਂ ਕੀਤਾ। ਜਦੋਂ ਸਾਡੇ ਨਾਲ ਬੇਇਨਸਾਫੀ ਹੋਈ ਆ ਤਾਂ ਕੀ ਅਸੀਂ ਹੁਣ ਘਰਾਂ ਨੂੰ ਚਲੇ ਜਾਈਏ? ਅਸੀਂ ਇਹ ਸਜ਼ਾ ਮੰਨ ਲਈਏ? ਆਉਣ ਵਾਲੇ ਸਮੇਂ 'ਚ ਐਲਾਨ ਕਰ ਦਈਏ ਕਿ ਧੀਆਂ ਭੈਣਾਂ ਦੀ ਇੱਜ਼ਤਾਂ ਨੂੰ ਲੁੱਟਣ ਦੇ ਲਈ ਉਹ ਗੁੰਡੇ ਬਲਾਤਕਾਰੀ ਫਿਰ ਦੰਦਰਾਉਂਦੇ ਫਿਰਨ? ਅਸੀਂ ਕਦਾਚਿਤ ਇਜਾਜ਼ਤ ਨਹੀਂ ਦੇਵਾਂਗੇ ਕਿ ਗੁੰਡੇ ਬਲਾਤਕਾਰੀ ਦੰਦਰਾਉਂਦੇ ਫਿਰਨ। ਅਸੀਂ ਉਹਨਾਂ ਦੀ ਜਿਹੜੀ ਤਾਕਤ ਹੈ ਉਹਨੂੰ ਚਕਨਾਚੂਰ ਕਰਾਂਗੇ। ਅਸੀਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੋਈ ਨਵੀਂ ਐਗਜ਼ਾਮਪਲ ਨਹੀਂ ਸੈੱਟ ਕਰੇ। ਨਵੀਂ ਐਗਜ਼ਾਮਪਲ ਇੱਕੋ ਹੈ ਕਿ ਜਦੋਂ ਅਦਾਲਤਾਂ ਦੀ ਉੱਪਰਲੀ ਪੌੜੀ ਵੀ ਇਨਸਾਫ ਨਾ ਦੇਵੇ ਤਾਂ ਇਨਸਾਫ ਦਾ ਤਕਾਜ਼ਾ, ਇਨਸਾਫ ਜਿਹੜੀ ਸਾਰੀ ਤਾਕਤ ਹੈ ਉਹ ਲੋਕਾਂ ਕੋਲ ਹੋਇਆ ਕਰਦੀ ਹੈ। ਅੱਜ ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਹੈ, ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰ ਲਿਆ ਕਿ ਅਦਾਲਤਾਂ ਨੇ ਭਾਵੇਂ ਸਾਨੂੰ ਇਨਸਾਫ ਦਿੱਤਾ ਪਰ ਲੋਕ ਕਚਹਿਰੀ ਇਨਸਾਫ ਲੈਣਾ ਚਾਹੀਦਾ। ਇਹ ਕੋਈ ਗਲਤ ਐਗਜ਼ਾਮਪਲ ਨਹੀਂ ਹੁੰਦੀ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਹਨਾਂ ਨੇ ਆਪਦੇ ਚਹੇਤਿਆਂ ਨੂੰ ਕਿੰਨੀਆਂ ਸਜ਼ਾਵਾਂ ਛੱਡੀਆਂ, ਕਿੰਨੇ ਪੁਲਿਸ ਵਾਲਿਆਂ ਨੂੰ ਛੱਡਿਆ, ਕਿੰਨੇ ਸਿਆਸਤਦਾਨਾਂ ਨੂੰ ਛੱਡਿਆ। ਧਾਰਾ 161 ਜੇ ਵਰਤੀ ਜਾ ਰਹੀ ਹੈ ਤਾਂ ਪਹਿਲੀ ਵਾਰੀ ਕਿਤੇ ਲੋਕਾਂ ਦੇ ਹੱਕ ਦੇ ਵਿੱਚ ਜੂਝਣ ਵਾਲੇ ਮਨਜੀਤ ਧਨੇਰ ਵਰਗੇ ਦੇ ਪੱਖ 'ਚ ਵਰਤੀ ਜਾਊਗੀ। ਨਹੀਂ ਤਾਂ ਸਿਆਸਤਦਾਨ ਹਮੇਸ਼ਾ 161 ਦੀ ਵਰਤੋਂ ਆਪਦੇ ਨਿੱਜੀ ਹਿੱਤਾਂ ਲਈ। ਆਪਾਂ ਕਾਨੂੰਨ ਦੀ ਵੀ ਗੱਲ ਕਰੀਏ, ਤੁਸੀਂ ਕਹਿੰਦੇ ਹੋ ਕਿ ਪੁਲਿਸ ਨੇ ਜਾਣਬੁੱਝ ਕੇ FIR ਦਰਜ ਕੀਤੀ, ਪ੍ਰਸ਼ਾਸਨ ਨੇ ਗਲਤ ਕੀਤਾ। ਤੁਸੀਂ ਅਦਾਲਤ ਵਿੱਚ ਮੰਗ ਤਾਂ ਕਰਦੇ ਹੋ, ਪਰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਹੋਵੇ, CBI ਜਾਂਚ ਕਰੇ, ਜੁਡੀਸ਼ੀਅਲ ਕਮਿਸ਼ਨ ਜਾਂਚ ਕਰੇ, ਕੋਈ ਜੱਜ ਜਾਂਚ ਕਰੇ? ਅਜਿਹੀ ਮੰਗ ਕਿਉਂ ਨਹੀਂ ਕੀਤੀ ਜਾਂਦੀ? ਉਹ ਅੱਜ ਜਦੋਂ ਸੁਪਰੀਮ ਕੋਰਟ ਦੇ ਸਭ ਤੋਂ ਉੱਪਰਲੀ ਅਦਾਲਤ 'ਚੋਂ ਫੈਸਲਾ ਹੋ ਚੁੱਕਿਆ ਹੈ, ਹੁਣ ਉਹ ਸਾਰੀਆਂ ਗੱਲਾਂ ਬੇਮਾਨੀਆਂ। ਅਸੀਂ ਮੰਗ ਕੀਤੀ ਸੀ, ਪੁਲਿਸ ਨੇ ਇਨਕੁਆਇਰੀ ਕੀਤੀ ਹੈ, ਸਾਨੂੰ ਬੇਦੋਸ਼ੀ ਸਾਬਤ ਕੀਤਾ ਹੈ, ਖਾਨਾ ਨੰਬਰ 2 'ਚ ਪਾਇਆ। ਉਸ ਸਮੇਂ ਵੀ ਇਨਕੁਆਇਰੀਆਂ ਹੋਈਆਂ ਨੇ, ਉਹਨਾਂ ਇਨਕੁਆਇਰੀਆਂ ਦੇ ਵਿੱਚ ਬੱਚੇ ਨੇ ਭੁਗਤ ਕੇ ਕਿਹਾ ਹੈ ਕਿ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਸਾਡਾ ਇਸ ਕਤਲ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਸੋ ਲੋਕਾਂ ਦੀ ਕਚਹਿਰੀ ਉਦੋਂ ਵੀ ਉੱਠੀ ਆ, ਲੋਕਾਂ ਦੀ ਕਚਹਿਰੀ ਅੱਜ ਵੀ ਉੱਠੀ ਆ। ਸੋ CBI ਦੀ ਮੰਗ ਤਾਂ ਅਸੀਂ ਤਾਂ ਕਰਦੇ ਜੇ ਉਸ ਸਮੇਂ ਲੋਕਾਂ ਦੀ ਮੰਗ ਤੇ ਪੰਜਾਬ ਪੁਲਿਸ ਸਾਨੂੰ ਖਾਨਾ ਨੰਬਰ 2 'ਚ ਨਾ ਪਾਉਂਦੀ। ਸਾਨੂੰ ਪਹਿਲਾਂ ਹੀ ਉਹਨਾਂ ਨੇ ਖਾਨਾ ਨੰਬਰ 2 'ਚ ਪਾਇਆ ਸੀ, ਪਰ ਉਹ ਸੱਚ ਨੂੰ ਦਰਕਨਾਰ ਕਰਦਿਆਂ ਅਦਾਲਤਾਂ ਨੇ ਸਾਨੂੰ ਸਜ਼ਾ ਦਿੱਤੀ ਆ। ਅਸੀਂ ਬਰੀ ਹੋ ਗਏ ਆ। ਮਨਜੀਤ ਧਨੇਰ ਨੂੰ ਅਸੀਂ ਕਤਈ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਰਹਿਣਾ ਦੇਖਣਾ ਨਹੀਂ ਚਾਹੁੰਦੇ। ਇਹ ਸਾਡੇ ਕੋਲ ਨਾ ਅੱਜ ਬਰਦਾਸ਼ਤ ਹੋਵੇਗਾ ਨਾ ਭਲਕੇ ਬਰਦਾਸ਼ਤ ਹੋਵੇਗਾ, ਤੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਇਹ ਹੋਰ ਵਿਸ਼ਾਲ ਹੋਊਗਾ। ਤੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਕੇ ਅਸੀਂ ਇੱਕ ਨਵਾਂ ਇਤਿਹਾਸ ਸਿਰਜਾਂਗੇ ਕਿ ਅੱਜ ਵੀ ਕਿ ਲੋਕ ਜਿਹੜੇ ਧੀਆਂ ਭੈਣਾਂ ਦੀ ਇੱਜ਼ਤਾਂ ਲਈ ਲੜਦੇ ਆ, ਜੂਝਦੇ ਆ, ਉਹਨਾਂ ਨੂੰ ਜੇ ਹੱਕੀਆਂ ਸਜ਼ਾਵਾਂ ਹੁੰਦੀਆਂ ਨੇ ਤਾਂ ਉਹ ਚੁੱਪ ਕਰਕੇ ਲੋਕ ਘਰਾਂ 'ਚ ਨਹੀਂ ਬੈਠਦੇ। ਇਹ ਮਹਿਰਕਲਾਂ ਦੀ ਧਰਤੀ, ਪੰਜਾਬ ਦੀ ਧਰਤੀ, ਬਰਨਾਲੇ ਦੀ ਧਰਤੀ ਨਵੀਂ ਐਗਜ਼ਾਮਪਲ ਸੈੱਟ ਕਰੂਗਾ। ਠੀਕ ਹੈ, ਕਿਉਂਕਿ ਜੇ ਤੁਸੀਂ ਹੱਕਾਂ ਦੀ ਲੜਾਈ ਲੜਦੇ ਹੋ, ਇਨਸਾਫ ਦੀ ਲੜਾਈ ਲੜਦੇ ਹੋ, ਕਿਸੇ ਧੀ ਭੈਣ ਦੀ ਰਾਖੀ ਦੇ ਲਈ ਲੜਾਈ ਲੜਦੇ ਹੋ, ਤੇ ਐਗਜ਼ਾਮਪਲ ਇਹ ਸੈੱਟ ਹੋ ਜੇ ਕਿ ਤੁਹਾਨੂੰ ਜੇਲ੍ਹ ਦੇ ਅੰਦਰ ਜਾਣਾ ਪੈ ਜੇ, ਤਾਂ ਕਿਹੜਾ ਮਾਈ ਦਾ ਪੁੱਤ ਹੈ ਕੱਲ ਨੂੰ ਖੜਾ ਹੋਏਗਾ ਜਿਹੜਾ ਧੀ ਭੈਣ ਦੀ ਇੱਜ਼ਤ ਦੀ ਰਾਖੀ ਕਰਨ ਦੀ ਕੋਸ਼ਿਸ਼ ਕਰੇਗਾ? ਪਰ ਲੋਕਤੰਤਰ ਦੇ ਵਿੱਚ ਨਿਆਂ ਸਭ ਤੋਂ ਉੱਤਰ ਹੈ, ਨਿਆਂਪਾਲਿਕਾ ਸਭ ਤੋਂ ਉੱਤਰ ਹੈ, ਸੰਵਿਧਾਨ ਸਭ ਤੋਂ ਉੱਪਰ ਹੈਗਾ। ਮੈਂ ਜਗਮੋਹਨ ਸਿੰਘ ਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਚਲੋ ਧਰਨਾ ਪ੍ਰਦਰਸ਼ਨ ਚੱਲ ਰਿਹਾ, ਹੱਕੀ ਮੰਗਾਂ ਨੂੰ ਚੱਲ ਰਿਹਾ, ਕੀ ਤੁਹਾਨੂੰ ਲੱਗਦਾ ਨਹੀਂ ਹੈ ਕਿ ਜਿਹੜੀ ਨਿਆਇਕ ਪ੍ਰਕਿਰਿਆ ਹੈਗੀ ਹੈ, ਜਿਹੜਾ ਸੰਵਿਧਾਨ ਹੈਗਾ, ਜਿਹੜਾ ਕਾਨੂੰਨ ਹੈਗਾ, ਅਸੀਂ ਉਸ ਤੋਂ ਉਲਟ ਮੰਗ ਕਰ ਰਹੇ ਹਾਂ? ਨਹੀਂ, ਮੈਂ ਸਮਝਦਾ ਕਿ ਕਾਨੂੰਨ ਦੇ ਵਿਧਨ ਹੈ, ਕਿਉਂਕਿ ਜਿਹੜਾ ਜਿਵੇਂ ਉਹ 'ਚ ਫਲਾਹ ਦੇਖੇ, ਮੈਂ ਸਾਰੀ ਫਾਈਲ ਪੜ੍ਹੀ ਹੈ, ਜਿਵੇਂ ਗੱਲ ਵੀ ਹੋਈ ਕਿ ਐਕਚੁਅਲੀ ਤੁਸੀਂ ਜਾਣਬੁੱਝ ਕੇ ਕਿਸੇ ਬੰਦੇ ਨੂੰ ਕਰੋ, ਜਦੋਂ ਕਿ ਸਾਰੀਆਂ ਮੁੱਢਲੀਆਂ ਇਨਕੁਆਇਰੀਆਂ ਵਿੱਚ ਇਹ ਸਾਰੇ ਬਰੀ ਸੀ, ਕਿਉਂਕਿ ਉਹਨਾਂ ਦਾ ਆਪਣਾ ਸੀ, ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ। ਇਹ ਤੇ ਲਿਆਂਦਾ ਗਿਆ ਵਿੱਚ, ਔਰ ਉਹਦੇ 'ਚ ਟੈਕਨੀਕਲੀ ਜਿਹੜਾ ਕਰਤਾ, ਜਦੋਂ ਕਿ ਹਥਿਆਰ ਜਿਹੜਾ ਹੈ ਉਹ ਕੋਈ ਫੜਿਆ ਨਹੀਂ ਗਿਆ।
ਲੇਕਿਨ ਬਣਾ ਦਿੱਤਾ। ਹੁਣ ਜੱਜ ਨਾ ਮੰਨੇ ਕਿ ਵੀ ਜੀ ਇਹ ਨਹੀਂ ਮੈਂ ਮੰਨਦਾ, ਤਾਂ ਇਹ ਜਿਹੜੀ ਹੈ ਇਹ ਪ੍ਰਕਿਰਿਆ ਦਾ ਇੱਕ ਆਪਣੇ ਆਪ ਵਿੱਚ ਪ੍ਰੋਬਲਮ ਹੈ। ਅੱਛਾ, ਇੱਕ ਹੋਰ ਗੱਲ, ਅਸੀਂ ਅੱਜ ਪੰਜਾਬ ਦੇ ਵਿੱਚ ਦੇਖ ਰਹੇ ਹਾਂ, ਅਧਿਆਪਕ ਭਾਵੇਂ ਸੜਕਾਂ ਤੇ ਹੋਣ, ਕਿਸਾਨ ਕਰਜ਼ਿਆਂ ਲਈ ਸੜਕਾਂ ਤੇ ਹੋਣ, ਮੁਲਾਜ਼ਮ ਸੜਕਾਂ ਤੇ ਹੋਣ, ਪਰ ਇਹ ਆਪਣੀ ਤਰ੍ਹਾਂ ਦਾ ਨਵੇਕਲਾ ਹੀ ਅਸੀਂ ਦੇਖ ਰਹੇ ਹਾਂ ਧਰਨਾ ਹੈਗਾ। ਇਹ ਲੋਕ ਆਪਣੀਆਂ ਮੰਗਾਂ ਲਈ ਨਹੀਂ ਆਏ, ਇਹ ਆਏ ਨੇ ਇਨਸਾਫ ਦੇ ਲਈ। ਇਹ ਹੈ ਕਿ ਸਮਾਜਿਕ ਜਿਹੜਾ ਇਸ ਵੇਲੇ ਬੇਨਿਆਈ ਹੋ ਰਹੀ ਹੈ, ਔਰ ਖਾਸ ਤੌਰ ਤੇ ਤੁਸੀਂ ਇਹ ਦੇਖੋ ਕਿੰਨੀ ਇਨਸੈਂਸਿਟਿਵਿਟੀ ਹੈ ਕਿ ਇੱਕ ਜਿਹੜਾ ਮਤਲਬ ਸੈਕਸੁਅਲ ਹੈਰਾਸਮੈਂਟ ਐਕਟ ਬਣਿਆ ਹੋਇਆ ਉਹ ਯੂਨੀਵਰਸਿਟੀਆਂ 'ਚ ਲਾਗੂ ਨਹੀਂ, ਸਾਨੂੰ ਉਹ 'ਤੇ ਲੜਨਾ ਪਿਆ। ਪਿੱਛੇ ਅਸੀਂ ਮੈਡੀਕਲ ਯੂਨੀਵਰਸਿਟੀ ਵਿੱਚ ਉਹ ਇਸ਼ੂ ਰੇਜ਼ ਕੀਤਾ ਔਰ ਫਿਰ ਪਤਾ ਲੱਗਾ ਕਿ ਬਾਅਦ ਸੁੱਤੇ ਹੋਏ ਨੇ। ਤਾਂ ਇਸ ਕਰਕੇ ਕਾਨੂੰਨ ਨੂੰ ਜਦੋਂ ਤੁਸੀਂ ਕਹਿ ਰਹੇ ਹੋ ਉਹਨੂੰ ਲਾਗੂ ਲੋਕਾਂ ਨੇ ਕਰਾਉਣਾ ਹੁੰਦਾ। ਔਰ ਅਗਰ ਜਿਹੜਾ ਅੱਜ ਹੋ ਰਿਹਾ ਕਿ ਆਪਾਂ ਹਰ ਜਗ੍ਹਾ ਇਹ ਦੇਖਦੇ ਹਾਂ ਕਿ ਜਿੱਥੇ ਕੋਈ ਲੜਕੀ ਮਤਲਬ ਅਗਰ ਉਹ ਆਪਣੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦੀ ਹੈ, ਉਲਟਾ ਉਹਦੇ ਤੇ ਕੇਸ ਬਣਾਏ ਜਾ ਰਹੇ ਨੇ। ਤਾਂ ਇਹ ਜਿਹੜਾ ਹੈ ਇਹ ਲੋਕਾਂ ਨੂੰ ਇਹ ਮਤਲਬ ਹੈ ਕਿ ਅਸੀਂ ਇਨਸਾਫ, ਇਹ ਲੋਕ ਇਨਸਾਫ ਹੈ ਔਰ ਇਹ ਕਨਸਟੀਟਿਊਸ਼ਨ ਤੋਂ ਹਾਇਰ ਹੈ। ਕਨਸਟੀਟਿਊਸ਼ਨ ਇਹਦੀ ਹੀ ਕਦਰ ਕਰਦਾ। ਤਾਂ ਜੇ ਇਹ ਕਦਰ ਨਹੀਂ ਹੋਏਗੀ ਤਾਂ ਇਸੇ ਕਰਕੇ ਇੱਥੇ ਸਾਰੀ ਤਰ੍ਹਾਂ ਦੇ ਲੋਕ ਨੇ। ਸਭ ਤੋਂ ਜ਼ਿਆਦਾ ਸਾਡੀਆਂ ਭੈਣਾਂ ਮਾਵਾਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਮਤਲਬ ਸਮਾਜ ਵਿੱਚ ਇੱਕ ਸਿਕਿਉਰਿਟੀ ਬਿਲਟ ਕਰਨੀ ਹੈ ਤਾਂ ਉਹ ਤੁਹਾਨੂੰ ਆਪ ਉਹਦੇ ਲਈ ਲੜਨਾ ਪਏਗਾ। ਪਰ ਜਗਮੋਹਨ ਜੀ, ਜਿਹਦੇ ਘਰ ਦਾ ਜੀ ਗਿਆ, ਭਾਵੇਂ ਗਲਤ ਗਿਆ, ਚੰਗਾ ਮਾੜਾ ਜਿਹੜਾ ਸੀਗਾ, ਉਹਦੀ ਭਰਪਾਈ ਆ, ਉਹਨਾਂ ਦੀ ਗੱਲ ਦਾ ਵੀ ਤਾਂ ਧਿਆਨ ਰੱਖਣਾ। ਉਹਦੇ ਤੋਂ ਬਾਕੀ ਬੰਦਿਆਂ ਨੂੰ ਸਜ਼ਾ ਹੋਈ ਹੈ ਜਿਨ੍ਹਾਂ ਨੇ ਉਹਨਾਂ ਨਾਲ ਕੀਤੀ ਲੜਾਈ। ਇਹ ਤੇ ਅਨਨੈਸੈਸਰਲੀ ਲਿਆਂਦਾ ਗਿਆ ਨਾ, ਜਿਹਦਾ ਤਿੰਨਾਂ ਨੂੰ ਅਨਨੈਸੈਸਰਲੀ ਲਿਆਂਦਾ ਗਿਆ। ਔਰ ਫਿਰ ਕਹਾਣੀ ਬਣਾਉਣ ਦਾ ਹੁੰਦਾ ਹੈ ਕਿ ਦੋ ਬਾਹਾਂ ਫੜ ਰਹੇ ਨੇ, ਤੀਜਾ ਮਾਰ ਰਿਹਾ, ਉਹ ਤਿੰਨਾਂ ਨੂੰ ਫਸਾਉਣ ਵਾਸਤੇ ਸੀ, ਜਿਸ 'ਚੋਂ ਦੋ ਦਾ ਤੇ ਨਿਕਲ ਗਿਆ, ਤੀਜੇ ਦਾ ਹਥਿਆਰ ਨਹੀਂ ਫੜਿਆ ਗਿਆ। ਔਰ ਬਾਅਦ ਵਿੱਚ ਵੀ ਨਹੀਂ ਜੀ ਇਹ ਤੇ ਕੋਈ ਗੱਲ ਨਹੀਂ ਜੀ ਹਥਿਆਰ ਨਹੀਂ ਵੀ ਫੜਿਆ ਗਿਆ, ਜਦੋਂ ਕਿ ਇਹ ਕ੍ਰਿਮੀਨਲ ਜਸਟਿਸ ਦੇ ਆਪ ਹੀ ਅਗੇਂਸਟ ਹੈ। ਔਰ ਥੋੜੀ ਸਬਜੈਕਟਿਵਿਟੀ, ਕਿਉਂਕਿ ਜਸਟਿਸ ਵਿੱਚ ਵੀ ਸਬਜੈਕਟਿਵਿਟੀ ਹੁੰਦੀ ਹੈ, ਉਹਨੂੰ ਆਪਾਂ ਲੀਗਲ ਨਹੀਂ ਕਹਿ ਸਕਦੇ, ਲੇਕਿਨ ਉਹ ਸਬਜੈਕਟਿਵਿਟੀ ਜਿਹੜੀ ਹੈ ਉਹ ਲੋਕਾਂ ਦੀ ਆਬਜੈਕਟਿਵਿਟੀ ਨਾਲ ਹੀ ਠੀਕ ਹੋਣੀ ਹੈ, ਤਾਂ ਕਿ ਅੱਗੇ ਤੋਂ ਮਤਲਬ ਇਹ ਗੱਲ ਨਾ ਹੋਵੇ। ਕਿਉਂਕਿ ਇੱਕ ਇਨਸਾਫ ਦਾ ਜਿਹੜਾ ਯਕੀਨ ਹੈ ਉਹ ਲੋਕਾਂ 'ਚ ਜੇਕਰ ਟੁੱਟੇਗਾ, ਔਰ ਅੱਜ ਪ੍ਰੋਬਲਮ ਇਹੀ ਹੋ ਰਹੀ ਹੈ ਕਿ ਅਦਾਲਤਾਂ ਵਿੱਚੋਂ ਲੋਕਾਂ ਦਾ ਵਿਸ਼ਵਾਸ ਟੁੱਟ ਰਿਹਾ। ਔਰ ਇਹ 'ਚ ਸਮਝਦੇ ਹਾਂ ਕਿ ਇਹ ਬਹਾਲ ਕਰਨ ਵਾਸਤੇ ਕਿ ਨਹੀਂ, ਸਿਸਟਮ ਜਿਹੜਾ ਅਜੇ ਵੀ ਕੰਮ ਕਰਦਾ ਹੈ ਔਰ ਇਨਸਾਫ ਵਾਲੇ ਨੂੰ ਇਨਸਾਫ ਮਿਲੇਗਾ। ਲੋਕਾਂ ਦਾ ਜਦੋਂ ਵਿਸ਼ਵਾਸ ਅਦਾਲਤਾਂ ਤੋਂ ਘਟ ਜਾਏਗਾ ਤਾਂ ਮੁਲਕ ਕਿਵੇਂ ਅੱਗੇ ਵਧੇਗਾ, ਇਸ ਦਾ ਤੁਸੀਂ ਸਹਿਜ ਅੰਦਾਜ਼ਾ ਲਗਾ ਸਕਦੇ ਹੋ। ਅਜਿਹੇ ਬਹੁਤ ਸਾਰੇ ਮਾਮਲੇ ਨੇ ਜਿੱਥੇ ਲੋਕ ਉੱਠਦੇ ਨੇ, ਲੋਕ ਆਵਾਜ਼ ਉਠਾਉਂਦੇ ਨੇ ਕਿ ਇਹ ਸਜ਼ਾ ਗਲਤ ਹੋਈ ਹੈ ਔਰ ਅਦਾਲਤਾਂ ਉਸ ਨੂੰ ਦੁਬਾਰਾ ਸੋਚਦੀਆਂ ਨੇ, ਵਾਚਦੀਆਂ ਨੇ, ਰਾਸ਼ਟਰਪਤੀ ਤੱਕ ਮਾਮਲੇ ਜਾਂਦੇ ਨੇ, ਸਜ਼ਾ ਮਾਫ ਵੀ ਹੁੰਦੀਆਂ ਨੇ। ਹੁਣੇ 2-3 ਉਦਾਹਰਨਾਂ ਸਾਡੇ ਸਾਹਮਣੇ ਨੇ। ਬੂਟਾ ਸਿੰਘ ਜੀ, ਤੁਹਾਡਾ ਧਰਨਾ ਪ੍ਰਦਰਸ਼ਨ ਜਾਰੀ ਹੈਗਾ। ਹੁਣ ਜੇਕਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਇਸ ਮਾਮਲੇ 'ਚ ਕੁਝ ਨਹੀਂ ਹੁੰਦਾ, ਫਿਰ ਦੇਖੋ ਅਸੀਂ ਦ੍ਰਿੜ ਇਰਾਦੇ ਦੇ ਨਾਲ ਬੈਠੇ ਹਾਂ, ਇਨਸਾਫ ਲੈ ਕੇ ਜਾਵਾਂਗੇ। ਅਸੀਂ ਕੋਈ ਕੱਚੀ ਪਿੱਲੀ ਸਕੀਮ ਨਾਲ ਨਹੀਂ ਆਈ। ਅਸੀਂ ਸਮਝਦੇ ਹਾਂ ਕਿ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ। ਇਹ ਮਨਜੀਤ ਧਨੇਰ ਨੂੰ ਇਕੱਲੇ ਨੂੰ ਸਜ਼ਾ ਨਹੀਂ, ਇਹ ਲੋਕ ਲਹਿਰ ਨੂੰ ਸਜ਼ਾ, ਸੱਚ ਨੂੰ ਫਾਂਸੀ ਦਿੱਤੀ ਗਈ ਹੈ। ਇਹ ਬਰਦਾਸ਼ਤ ਕਰਨਾ ਮੁਸ਼ਕਲ ਆ। ਕੋਈ ਆਰਥਿਕ ਮੰਗ ਹੋਵੇ, ਸਰਕਾਰ ਕਹੇ ਕਿ ਸਾਥੋਂ ਕਰਜ਼ਾ ਮਾਫੀ ਦੀ ਗੱਲ ਕਰਦੇ ਆ, ਕੋਈ ਰੁਜ਼ਗਾਰ ਦੀ ਮੰਗ ਕਰਦੇ ਆ, ਉਹ ਸਾਡੇ ਕੋਲ ਵੱਖਰੇ ਆ। ਸਰਕਾਰ ਨੇ ਕੋਲੋਂ ਕੁਝ ਨਹੀਂ ਦੇਣਾ। ਜੋ ਅਸੀਂ ਮੰਗਦੇ ਹਾਂ, ਅਸੀਂ ਇਨਸਾਫ ਮੰਗਦੇ ਹਾਂ। ਇਹਦੇ ਤੇ ਇੱਕ ਵੀ ਪੈਸਾ ਖਰਚ ਨਹੀਂ ਆਉਂਦਾ। ਇਨਸਾਫ ਦੇਣਾ ਚਾਹੀਦਾ ਸਰਕਾਰ ਨੂੰ। ਸਰਕਾਰ ਦਾ ਫਰਜ਼ ਹੀ ਬਣਦਾ ਇਹ ਕਿ ਜੇ ਕਿਤੇ ਬੇਇਨਸਾਫੀ ਹੋਈ ਹੈ ਤੇ ਲੋਕਾਂ ਨੂੰ ਇਨਸਾਫ ਦੇਵੇ। ਬੜੇ ਘੱਟ ਮਾਮਲੇ ਜੇ ਹੁੰਦੇ ਨੇ ਕਿ ਕਿਸੇ ਖਾਸ ਫਿਰਕੇ ਜਾਂ ਇਲਾਕੇ ਦੇ ਵਿੱਚੋਂ ਕਿਸੇ ਕ੍ਰਾਂਤੀ ਨੇ ਜਨਮ ਲਿਆ ਹੋਵੇ ਤਾਂ ਉਹਦਾ ਅਸਰ ਪੂਰੇ ਪੰਜਾਬ 'ਚ ਹੋਵੇ। ਇਸ ਵਕਤ ਇਸ ਧਰਨੇ ਪ੍ਰਦਰਸ਼ਨ ਦਾ ਜਾਂ ਇਸ ਕ੍ਰਾਂਤੀ ਦਾ ਕਹਿ ਲਓ ਅਸਰ ਪੂਰੇ ਪੰਜਾਬ 'ਚ ਨਜ਼ਰ ਆ ਰਿਹਾ ਔਰ ਵੱਖ-ਵੱਖ ਫਿਰਕਿਆਂ ਦਾ ਅਸਰ ਨਜ਼ਰ ਆ ਰਿਹਾ। ਸਾਰੀਆਂ ਧਿਰਾਂ ਸਮਰਥਨ ਦੇ ਵਿੱਚ ਜੁਟੀਆਂ ਹੋਈਆਂ ਨੇ। ਕੀ ਕਹਿਣਾ ਚਾਹੋ? ਮੈਂ ਧਨੇਰ ਦੀ ਸਜ਼ਾ ਰੱਦ ਕਰਾਉਣ ਦੇ ਮਸਲੇ 'ਚ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਅਦਾਲਤਾਂ ਅਸੀਂ ਕੂੜ ਦੀਆਂ ਸਮਝਦੇ ਹਾਂ, ਇੱਕ ਇਹ ਵੀ ਲੋਕ ਅਦਾਲਤਾਂ ਲਾਉਣ ਲੱਗਿਆ ਉਹ ਵੀ ਇਨਸਾਫ ਨਹੀਂ ਕਰਦੀਆਂ। ਲੋਕਾਂ ਦੇ ਰਾਜੀ ਬੰਦੇ ਦੀ ਗੱਲ ਹੈ। ਇੱਕ ਅਦਾਲਤ ਆ ਲੋਕਾਂ ਦੀ ਜੁੜੀ ਹੋਈ ਹੈ ਜਿਹਨੇ ਫੈਸਲਾ ਕਰਤਾ ਕਿ ਇਹ ਸਜ਼ਾ ਝੂਠੀ ਹੈ। ਇਸ ਝੂਠੀ ਸਜ਼ਾ ਨੂੰ ਇਸ ਅਦਾਲਤ ਨੇ ਇਸ ਨੂੰ ਲਾਗੂ ਕਰਾਉਣ ਦੇ ਲਈ, ਆਪਦੇ ਫੈਸਲੇ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਇਸ ਜੇਲ੍ਹ ਦੇ ਮੂਹਰੇ ਬੈਠੇ ਹਾਂ ਤੇ ਇਹ ਲੋਕਾਂ ਦੀ ਅਦਾਲਤ ਆਪਦਾ ਫੈਸਲਾ ਹਰ ਹਾਲਤ ਲਾਗੂ ਕਰਾ ਕੇ ਰਹੂਗੀ। ਉਦੋਂ ਗਾਹਾਂ ਵਾਲੀ ਗੱਲ, ਜਿੰਨਾ ਇਹ ਘੋਲ ਲੰਮਾ ਹੁੰਦਾ ਹੈ ਉਹਨਾਂ ਸਾਡੇ ਲੋਕਾਂ ਦੇ ਹਿੱਤ ਦਾ ਤੇ ਇਹਨਾਂ ਸਰਕਾਰਾਂ ਦੇ ਪੈਰਾਂ ਥੱਲੇ ਮਿੱਟੀ ਖੁਰਦੀ ਜਾਣੀ। ਕਈ ਵਾਰ ਇਹ ਨਹੀਂ ਹੁੰਦਾ ਕਿ ਲੋਕਾਂ ਦੇ ਹੌਸਲੇ ਟੁੱਟ ਜਾਣ। ਬੜੀ ਵਾਰੀ ਅਜਿਹੇ ਧਰਨੇ ਲੰਬੇ ਹੁੰਦੇ ਨੇ, ਲੋਕ ਘਟਦੇ ਜਾਂਦੇ ਨੇ, ਹਜ਼ਾਰਾਂ 'ਚੋਂ 100 'ਚੋਂ 10 'ਤੇ ਆ ਜਾਂਦੇ ਨੇ। ਇਹ ਭੁਲੇਖੇ 'ਚ ਹੈ ਜੇ ਕੋਈ ਇਹ ਗੱਲ ਕਹਿੰਦਾ ਹੈ। ਅਸੀਂ ਬਿਲਕੁਲ ਨਹੀਂ ਭੁਲੇਖੇ 'ਚ, ਨਾ ਇਹ ਹਜ਼ਾਰਾਂ ਤੋਂ 100 ਤੇ ਆਵੇ, ਨਾ ਦਰਜਨਾਂ ਤੇ ਆਵੇ। ਇਹ ਸੈਂਕੜਿਆਂ ਤੋਂ ਹਜ਼ਾਰਾਂ ਤੇ ਜਾ ਕੇ ਲਗਾਤਾਰ ਵੱਧ ਰਿਹਾ ਹੈ।
ਅੱਜ ਇਸ ਧਰਨੇ ਦੇ ਵਿੱਚ ਸਾਡੇ ਜਿੰਨੇ ਕਿਰਤੀ ਲੋਕ ਹੈ ਸਾਰੇ ਤਬਕੇ ਸ਼ਾਮਲ ਹੈ ਇਹਦੇ ਵਿੱਚ। ਇਹ ਛੋਟੀ ਗੱਲ ਨਹੀਂ। ਇੱਕ ਧਰਨਾ ਸਾਡਾ ਉੱਥੋਂ ਪਟਿਆਲੇ ਤੋਂ ਸ਼ੁਰੂ ਹੋਇਆ, ਉਦੋਂ ਅਸੀਂ ਕੁਝ ਸਾਵੇਂ ਬੰਦੇ ਸੀਗੇ, ਕੁਝ ਖਾਮੀਆਂ ਜਥੇਬੰਦੀਆਂ ਸੀ। ਉੱਥੋਂ ਦਾ ਜੇ ਹੱਲ ਹੋ ਜਾਂਦਾ ਅਸੀਂ ਸਮਝਦੇ ਸਾਨੂੰ ਬੈਨੀਫਿਟ ਘੱਟ ਸੀ। ਜੇ ਧਨੇਰ ਅੰਦਰ ਬੈਠਾ ਹੈ, ਇਹ ਧਰਨਾ ਲਗਾਤਾਰ ਚੱਲਦਾ ਹੈ, ਇਹ ਲੋਕਾਂ ਦੇ ਹੱਕ ਜਾ ਰਿਹਾ ਹੈ, ਇਹਨਾਂ ਦੇ ਉਲਟ ਜਾ ਰਿਹਾ ਹੈ। ਇਸ ਗੱਲ ਨੂੰ ਹਾਕਮ ਸਹਿਣ ਨਹੀਂ ਕਰ ਸਕਦੇ। ਜਿਹੜਾ ਲੱਗਦਾ ਵੀ ਘੋਗੜ ਕੰਨੇ ਬਣ ਕੇ ਇਹ ਆਪਦਾ ਮੌਜ ਨਾਲ ਬੈਠੇ ਰਹਿਣਗੇ, ਇਹ ਘੋਗੜ ਕੰਨੇ ਨਹੀਂ ਬਣ ਸਕਦੇ। ਇਹਨਾਂ ਨੂੰ ਭਾਅ ਦੀ ਬਣੀ ਹੋਈ ਆ, ਭਾਵੇਂ ਉਹਨਾਂ ਨੂੰ ਭੁਲੇਖਾ ਹੈ ਵੀ ਮੂਹਰੇ ਸੀਜ਼ਨ ਆਉਣਾ ਜੀ, ਫੇਰ ਸਾਹਮਣੇ ਕੋਈ ਚੱਲ ਜੂ, ਕਿਉਂਕਿ ਨੀਤ ਉਹਨਾਂ ਦੀ ਹੈ ਵੀ ਲੋਕਾਂ ਨੂੰ ਦੇਣਾ ਕੁਛ ਨਹੀਂ, ਖੋਣਾ ਹੈ। ਜਦੋਂ ਲੋਕਾਂ ਨੂੰ ਖੋਣਾ, ਸਾਡੇ ਨਾਲ ਵੱਧ ਉਹ ਜਾਣਦੇ ਆ ਹਾਕਮ ਵੀ ਜਦੋਂ ਲੋਕ ਤੰਗ ਹੋਣਗੇ ਉਦੋਂ ਉੱਠਣਗੇ। ਇਸ ਕਰਕੇ ਲੋਕਾਂ ਦੇ ਉੱਠਣ ਮੂਹਰੋਂ ਜਿਹੜੀ ਗੱਲ ਹੈ ਉਹਨਾਂ ਤੋਂ ਸੰਦ ਖੋਲੋ। ਜਿਵੇਂ ਗੱਡੀ ਉਹਦਾ ਇੰਜਣ ਨਾ ਹੋਵੇ, ਡੱਬੇ ਨਹੀਂ ਚੱਲਣੇ। ਇਸ ਕਰਕੇ ਉਹ ਲੋਕਾਂ ਦੇ ਜਿਹੜੇ ਮੂਹਰੇ ਇੰਜਣ ਹੈ ਉਹਦੇ ਹਮਲਾ ਇਹਨਾਂ ਨੇ ਕੀਤਾ ਹੈ। ਇਦੋਂ ਗਾਹਾਂ ਵੱਡਾ ਹਮਲਾ ਕਰਨ ਖਾਤਰ ਜਿਹੜਾ ਮੋਦੀ ਕਹਿੰਦਾ ਹੈ ਵੀ ਕੋਈ ਗਰੁੱਪ ਜਾਂ ਦਹਿਸ਼ਤਗਰਦ ਨਹੀਂ ਹੋ ਸਕਦਾ, ਇਕੱਲਾ ਵਿਅਕਤੀ ਵੀ ਦਹਿਸ਼ਤਗਰਦ ਹੋ ਸਕਦਾ। ਜਿਹੜਾ ਮੋਦੀ ਇਹ ਕਹਿੰਦਾ ਹੈ ਵੀ ਜੇ ਦਹਿਸ਼ਤਗਰਦ ਕਤਲ ਕਰਦੇ ਆ, ਹੋਰ ਕਰਦੇ ਆ, ਉਹਦੇ ਖਿਲਾਫ ਚਿੱਠੀ ਜਾਂਦੀ ਹੈ, ਉਧਰ ਨਹੀਂ ਪੜਤਾਲ ਹੁੰਦੀ ਵੀ ਕੀ ਗੱਲ ਹੈ, ਉਹਨਾਂ ਤੇ ਫੜ ਕੇ ਕੇਸ ਬਣਦੇ ਆ। ਉਹ 49 ਸੀ ਜਿਹੜੇ ਬੁੱਧੀਜੀਵੀ ਕਲਮ ਨਾਲ ਲਿਖਦੇ, ਉਹ ਇਹੋ ਜਿਹੇ ਸੰਘਰਸ਼ਾਂ 'ਚ ਨਹੀਂ ਆ ਸਕਦੇ। ਉਦੋਂ ਮੁੜ ਕੇ 180 ਹੈ। ਮੋਦੀ ਨੂੰ ਮੂੰਹ ਦੀ ਖਾਣੀ ਪਈ ਆਪਦੀ ਜਗ੍ਹਾ, ਕਹਿਣਾ ਵੀ ਥੁੱਕ ਕੇ ਚੱਟਣੀ ਪਈ ਹੈ। ਇਹ 'ਚ ਵੀ ਸਰਕਾਰ ਨੂੰ ਥੁੱਕ ਕੇ ਚੱਟਣੀ ਪਊ। ਸਰਕਾਰ ਦਾ ਭਲਾ ਇਸੇ ਗੱਲ 'ਚ ਹੈ। ਸਰਕਾਰ ਕਹਿੰਦੀ ਹੈ ਕਿ ਕਾਨੂੰਨ ਦੇ ਦਾਅ ਪੇਚ ਬੜੇ ਨੇ, ਕਾਨੂੰਨ ਦੇ ਬੜੇ ਦਾਅ ਪੇਚ ਨੇ, ਬੜੀਆਂ ਤਕਨੀਕੀ ਪੱਖ ਦੇਖਣੇ ਪੈਂਦੇ ਨੇ, ਐਵੇਂ ਕਿਸੇ ਨੂੰ ਸਜ਼ਾ ਕਿਸੇ ਦੀ ਮਾਫ ਨਹੀਂ ਕੀਤੀ ਜਾ ਸਕਦੀ। ਇਹਦੇ 'ਚ ਜਿਹੜੇ ਕਾਨੂੰਨੀ ਪੱਖ ਦੇਖਣੇ ਉਹ ਸਰਕਾਰ ਨੇ ਦੇਖ ਲਏ। ਪਹਿਲਾਂ ਖਾਨੇ 2 'ਚ ਪਾਏ, ਉਸ ਤੋਂ ਬਾਅਦ ਕਾਲੀਆਂ ਦੀ ਸਰਕਾਰ ਰਹੀ, ਉਹਨੇ ਵੀ ਮੰਨ ਲਿਆ ਬੇਕਸੂਰੀ ਹੈ, ਗਵਰਨਰ ਨੂੰ ਸਿਫਾਰਿਸ਼ ਕਰੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਵੀ ਮੰਨ ਲਿਆ ਕਿ ਬੇਦੋਸ਼ੀ ਗਵਰਨਰ ਨੂੰ ਸਿਫਾਰਿਸ਼ ਕਰੀ ਹੈ। ਇਹਦੇ ਬਾਵਜੂਦ ਕੋਈ ਨਾ ਕੋਈ ਘੁੰਡੀਆਂ ਲੜਕਾ ਕੇ ਇਹ ਲਾਹਾ ਲੈਣਾ ਚਾਹੁੰਦੇ ਵੀ ਅਸੀਂ ਤਾਂ ਕਰਨਾ ਚਾਹੁੰਦੇ ਸੀਗੇ, ਹੁਣ ਜੀ ਦੇਖੋ ਗਵਰਨਰ ਨੇ ਨਹੀਂ ਕਰਿਆ, ਇਸ ਦਾ ਸਾਰਾ ਜ਼ੋਰ ਲਾਤਾ। ਇਹ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਆ ਤੇ ਅਸੀਂ ਸਮਝੀ ਬੈਠੇ ਹਾਂ ਸਰਕਾਰ ਦੀਆਂ ਸਾਰੀਆਂ ਚਾਲਾਂ। ਨਾ ਉਹ ਲੋਕਾਂ ਨੂੰ ਧੋਖਾ ਦੇ ਸਕਣਗੇ, ਨਾ ਸਾਨੂੰ ਧੋਖਾ ਦੇ ਸਕਣਗੇ, ਕਿਉਂਕਿ ਇਹ ਗੱਲ ਡੰਗੇ ਚਿੱਟੇ ਦਣੰਗੂ ਸਾਫ਼ ਹੈ। ਲੋਕਾਂ ਨੂੰ ਵੀ ਸਾਫ਼, ਉਹਨਾਂ ਨੂੰ ਵੀ ਸਾਫ਼। ਇਹਦਾ ਲੜਾਈ ਜਿਹੜੀ ਦੋ ਧਿਰਾਂ ਦੀ ਹੈ, ਉਹਨਾਂ ਨੂੰ ਪਤਾ ਵੀ ਜੇ ਇਥੋਂ ਧਨੇਰ ਨੂੰ ਛੱਡਤਾ ਹੋਰ ਵੱਡੀ ਲਹਿਰ ਉੱਠੂਗੀ। ਇਸ ਕਰਕੇ ਸਾਨੂੰ ਨਿਰਾਸ਼ ਕਰਕੇ ਤੋੜਨਾ ਚਾਹੁੰਦੇ ਆ ਵੀ ਹੌਲੀ ਹੌਲੀ ਗਿਣਤੀ ਘੱਟ ਤੇ ਨਿਰਾਸ਼ ਹੋ ਜੂ। ਅਸੀਂ ਲੋਕਾਂ ਨੂੰ ਇਥੋਂ ਅੱਪ ਕਰਕੇ ਲਿਜਾਵਾਂਗੇ। ਇਹ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਸਰਕਾਰ ਦੀ ਟੂਹੀ ਲਵਾਵਾਂਗੇ। ਇਹ ਕੇਸ ਦੂਜੇ ਕੇਸਾਂ ਤੋਂ ਕਿਵੇਂ ਵੱਖਰਾ ਹੈ? ਕਿਉਂਕਿ ਵਾਰ-ਵਾਰ ਇਹ ਕੀਤਾ ਜਾਂਦਾ ਨੇ ਕਿ ਅਸੀਂ ਕੋਈ ਐਗਜ਼ਾਮਪਲ ਨਹੀਂ ਸੈੱਟ ਕਰਨਾ ਚਾਹੁੰਦੇ, ਕਿਸੇ ਨੂੰ ਸਜ਼ਾ ਹੋ ਜਾਏ ਤੁਸੀਂ ਸੜਕ ਤੇ ਆ ਜਾਓ ਤਾਂ ਸਜ਼ਾ ਮਾਫ ਹੋ ਜਾਏ। ਇਸ ਕੇਸ ਨੂੰ ਬਾਕੀ ਕੇਸਾਂ ਤੋਂ ਕਿਵੇਂ ਵੱਖਰਾ ਮੰਨਦੇ? ਦੇਖੋ, ਜਿੱਥੋਂ ਤੱਕ ਜੋ ਕੋਈ ਧੀਆਂ ਦੀ ਇੱਜ਼ਤ ਵਧਾਉਂਦਾ, ਲੋਕਾਂ ਦੇ ਰਾਖੀ ਕਰਦਾ ਮੂਹਰੇ ਲੱਗਿਆ ਹੋਇਆ ਹੈ ਤੇ ਸਾਰੇ ਮੰਨਦੇ ਵੀ ਬੇਦੋਸ਼ੀ ਹੈ, ਇਹ ਫਿਰ ਦੂਜੇ ਕਤਲਾਂ ਤਾਂ ਔਖਾ ਹੀ ਹੋ ਗਿਆ। ਜਿਨ੍ਹਾਂ ਨੇ ਕਤਲ ਕੀਤਾ ਦਲੀਪੇ ਦਾ ਮੰਨਦੇ ਅਸੀਂ ਕੀਤਾ, ਉਹ ਖੁਸ਼ੀ ਕੱਟ ਰਹੇ ਆ, ਕਹਿੰਦੇ ਸਾਨੂੰ ਕੋਈ ਅਫਸੋਸ ਨਹੀਂ। ਜਿਹਨੇ ਕੀਤਾ ਨਹੀਂ ਉਹ ਕਿਉਂ ਕੱਟੇ? ਕਿਉਂਕਿ ਜਿਹੜੇ ਰੋਜ਼ ਕਤਲ ਕਰਾਉਂਦੇ ਆ, ਰੋਜ਼ ਕਤਲ ਕਰਦੇ ਆ, ਉਹਨਾਂ ਨੂੰ ਤਾਂ ਪੁੱਛਣ ਨੂੰ ਤਿਆਰ ਨਹੀਂ। ਵੀਡੀਓ ਬਣਾਉਂਦੇ ਆ ਉਹ ਜਿਹੜੇ ਦਹਿਸ਼ਤ ਕਰਦਾ ਹੈ, ਖਾਸ ਕਰਕੇ RSS ਵਾਲੇ, ਵੀ ਤੁਸੀਂ ਗਊ ਮਾਤਾ ਨੂੰ ਕਹੋ, ਦੂਜਾ ਜੈ ਸ੍ਰੀ ਰਾਮ ਕਹੋ, ਐਂ ਵੀਡੀਓ ਬਣਾਉਂਦੇ ਤੇ ਸਰਕਾਰ ਮੌਜ ਨਾਲ ਖੜੀ ਆ ਉਹਨਾਂ ਦੇ। ਕਿਉਂ ਨਹੀਂ ਉਹਨਾਂ ਦੇ ਪਰਚੇ ਹੁੰਦੇ ਜਿਹੜੇ ਐਂ ਵੀਡੀਓ ਬਣਾਉਂਦੇ ਆ? ਜੇ ਮੈਂ ਇਸ ਵੀਡੀਓ 'ਚ ਕਹਾਂ ਵੀ ਮੈਂ ਫਲਾਣੇ ਦਾ ਕਤਲ ਕਰੂੰ, ਮੈਂ ਫਲਾਣਾ ਕਰੂੰ, ਤਾਂ ਮੈਂ ਕਰੀ ਜਾਵਾਂ ਮੁੜ ਕੇ ਵੀਡੀਓ ਬਣਾ ਕੇ, ਮੈਨੂੰ ਕੋਈ ਪੁੱਛੇ ਨਾ ਉਤਸ਼ਾਹਤ ਕਰਨ ਦੀ ਗੱਲ ਨਹੀਂ। ਸਰਕਾਰ ਲੋਕਾਂ 'ਚ ਭਰਨਾ ਇਹ ਚਾਹੁੰਦੀ ਹੈ ਵੀ ਲੋਕ ਕੁਛ ਨਹੀਂ ਹੁੰਦੇ, ਸਰਕਾਰਾਂ ਮੂਹਰੇ ਨਹੀਂ ਬੋਲਿਆ ਜਾ ਸਕਦਾ। ਇਹੀ ਭੁਲੇਖਾ ਅੰਗਰੇਜ਼ਾਂ ਨੂੰ ਸੀ, ਇਹੀ ਭੁਲੇਖਾ ਇਹਨਾਂ ਨੂੰ ਹੈ। ਅਸੀਂ ਇਹਨਾਂ ਦਾ ਭੁਲੇਖਾ ਦੂਰ ਕਰਾਂਗੇ। ਇਹ ਭੁਲੇਖਾ ਦੂਰ ਕਰਨਗੇ, ਕਿਉਂਕਿ ਵਾਕਈ ਇਹ ਭੁਲੇਖਾ ਦੂਰ ਕਰਨ ਵਾਲੀ ਗੱਲ ਹੈ। ਜਿੱਥੇ ਤੁਹਾਡੀ ਨਜ਼ਰ ਜਾਂਦੀ ਹੈ ਤੁਹਾਨੂੰ ਇਹ ਹਜੂਮ ਨਜ਼ਰ ਆਏਗਾ। ਇਹ ਉਹ ਲੋਕ ਨੇ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਨੇ। ਹਰ ਵਰਗ ਹੈ, ਨੌਜਵਾਨ ਹੋਵੇ, ਬਜ਼ੁਰਗ ਹੋਵੇ, ਬੱਚਾ ਹੋਵੇ, ਬੀਬੀਆਂ ਹੋਣ, ਵੱਡੀ ਗਿਣਤੀ ਦੇ ਵਿੱਚ ਆਈਆਂ ਹੋਈਆਂ ਨੇ। ਸਿਰਫ ਇੱਕੋ ਮੰਗ ਹੈ, ਅਸੀਂ ਮਨਜੀਤ ਸਿੰਘ ਧਨੇਰ ਦੀ ਰਿਹਾਈ ਨਹੀਂ, ਅਸੀਂ ਇਨਸਾਫ ਦੀ ਰਿਹਾਈ ਮੰਗ ਰਹੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। बाईस साल तक संघर्ष के राह चलने वाले मनजीत धनेर ने आखिरकार 30 सितंबर बरनाला जेल दे विच अपनी मुड़ गिरफ्तारी दे दी। उधर एक्शन कमेटी ने मनजीत धनेर की सजा माफी लिए संघर्ष का ऐलान कर दिता। 30 सितंबर तो एक्शन कमेटी आगुओं ने ऐलान किया कि धरना प्रदर्शन उस समय तक जारी रहेगा जब तक मनजीत धनेर जेल तो बाहर नहीं आ जाता। मनजीत धनेर नूं जिन्ना चिर रिहा नहीं करा सकते, इत्थों रद्द नहीं करा सकते सज़ा नूं, असीं टिक्के घरां विच नहीं बैठांगे। परण करिया होया पक्का दिल दे नाल जिंदगी दा भी कुर्बान कर दांगे, पर पिछे नहीं हटांगे। लगातार हर वक्त जब बाहर कढ़ के हटांगे उन्ने चिर साह नहीं लवांगे।
ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਗਰਾਹ ਦੇ ਆਗੂ ਹਾਂ ਅਸੀਂ ਮੁਕਤਸਰ ਜ਼ਿਲ੍ਹੇ ਦੇ। ਪਰ ਜੋ ਮਨਜੀਤ ਸਿੰਘ ਧਨੇਰ ਨੂੰ ਇਹ ਸਰਕਾਰ ਨੇ ਇੱਜ਼ਤ ਦੀ ਰਾਖੀ ਕਰਦੇ ਨੂੰ ਸਜ਼ਾ ਦਿੱਤੀ ਆ, ਇਹ ਸਜ਼ਾ ਜਿੰਨਾ ਚੱਕਰ ਰੱਦ ਨਹੀਂ ਕਰਦੀ ਸਰਕਾਰ ਉਹਨਾਂ ਚੱਕਰ ਸਾਨੂੰ ਕੁਝ ਵੀ ਕਰਨਾ ਪਵੇ, ਸੰਘਰਸ਼ ਨਾਲ ਅਸੀਂ ਲੋਕਾਂ ਦੇ ਜ਼ੋਰ ਨਾਲ ਰਿਹਾ ਕਰਾ ਕੇ ਰਹਾਂਗੇ। ਜਿੰਨਾ ਚੱਕਰ ਇਹ ਸਰਕਾਰ ਰਿਹਾ ਨਹੀਂ ਕਰਦੀ ਉਹਨਾਂ ਚੱਕਰ ਅਸੀਂ ਲੜਦੇ ਰਹਾਂਗੇ। ਜੋ ਸਰਕਾਰ ਦਾ ਭੁਲੇਖਾ ਵੀ ਅੱਗੇ ਝੋਨੇ ਦੀ ਖੇਤੀ ਆ ਗਈ, ਕਿਸਾਨ ਖੁਦ ਹਟ ਜਾਣਗੇ, ਪਰ ਅਸੀਂ ਕਿਸੇ ਵੀ ਕੀਮਤ ਤੇ ਹਟਦੇ ਨਹੀਂ। ਅਸੀਂ ਸਜ਼ਾ ਜਿਹੜੀ ਇਹ ਰੱਦ ਕਰਾ ਕੇ ਰਹਾਂਗੇ। ਦੇਖੋ ਸਰਕਾਰ ਦਾ ਇੱਕ ਹੁੱਕ ਹੈ, ਬੇਟੀ ਬਚਾਓ ਬੇਟੀ ਪੜ੍ਹਾਓ। ਇੱਥੇ ਇੱਕ ਸਾਡੇ ਨਿਹੱਕੇ ਆਗੂ ਮਨਜੀਤ ਸਿੰਘ ਧਨੇਰ ਜਿਨ੍ਹਾਂ ਨੇ ਇੱਕ ਬੱਚੀ ਨੂੰ ਇਨਸਾਫ ਦਿਵਾਉਣ ਲਈ ਗਵਾਹੀ ਦਿੱਤੀ ਤੇ ਉਲਟਾ ਉਸ ਨੂੰ ਹੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਹ ਨੀਤੀਆਂ ਸਰਕਾਰ ਦੀਆਂ ਬਹੁਤ ਗਲਤ ਨੇ। ਮਨਜੀਤ ਧਨੇਰ ਨੂੰ ਸਜ਼ਾ ਰੱਦ ਕਰਵਾ ਕੇ ਰਹਾਂਗੇ। ਇਹ ਕਾਫਲੇ ਬਹੁਤ ਭਿਆਨਕ ਰੂਪ ਲੈਣਗੇ। ਹਰ ਇੱਕ ਪਿੰਡ ਵਿੱਚ ਘਰ ਘਰ ਵਿੱਚ ਇਹ ਗੱਲ ਪਹੁੰਚਾਵਾਂਗੇ, ਕਿਉਂਕਿ ਸਾਡਾ ਇਹ ਮੰਨਣਾ ਹੈ ਜੇ ਇਸ ਤਰ੍ਹਾਂ ਹੀ ਸਾਡੇ ਹੱਕਾਂ ਲਈ ਲੜਨ ਵਾਲੇ ਆਗੂਆਂ ਨੂੰ ਸਜ਼ਾਵਾਂ ਹੋਣ ਲੱਗੀਆਂ ਤਾਂ ਕੌਣ ਲੜੂਗਾ ਕਿਸੇ ਲਈ। ਇਹ ਸਰਕਾਰ ਦੀ ਬਿਲਕੁਲ ਗਲਤ ਨੀਤੀ ਹੈ, ਕਿਉਂਕਿ ਉਸ ਬੱਚੀ ਨੂੰ ਇਨਸਾਫ ਦਿਵਾਇਆ ਮਨਜੀਤ ਸਿੰਘ ਧਨੇਰ ਨੇ। ਇਹ ਬਿਲਕੁਲ ਨਿਰਦੋਸ਼ ਨੇ। ਇਹ ਸਰਕਾਰਾਂ ਵੀ ਜਾਣਦੀਆਂ, ਇਹ ਹਾਈ ਕੋਰਟ ਵੀ ਜਾਣਦਾ, ਸੁਪਰੀਮ ਕੋਰਟ ਵੀ ਜਾਣਦਾ ਹੈ। ਇਹ ਕਾਫਲੇ ਹੋਰ ਬਹੁਤ ਲਾਮਬੰਦ ਹੋਣਗੇ, ਨਹੀਂ ਤਾਂ ਅਸੀਂ ਇਸ ਨੂੰ ਪੂਰੀ ਤੌਰ ਤੇ ਭਖਾਵਾਂਗੇ ਜੇ ਸਰਕਾਰ ਸਜ਼ਾ ਰੱਦ ਨਹੀਂ ਕਰਦੀ। ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਸਰਕਾਰ ਸਾਡੇ ਇਹੋ ਜਿਹੇ ਆਗੂਆਂ ਨੂੰ ਨਜਾਇਜ਼ ਸਜ਼ਾ ਨਾ ਦੇਵੇ। ਜਿਹੜੇ ਬੰਦੇ ਇੱਕ ਧੀਆਂ ਦੀ ਇੱਜ਼ਤ ਵਾਸਤੇ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੰਦੇ ਹੈ ਤੇ ਉਹਨਾਂ ਨੂੰ ਇਹੋ ਜਿਹੇ ਸਜ਼ਾ ਦੇਣੀਆਂ ਬਿਲਕੁਲ ਗੈਰ ਕਾਨੂੰਨੀ ਆ। ਅਸੀਂ ਮਨਜੀਤ ਧਨੇਰ ਨੂੰ 22 ਸਾਲਾਂ ਤੋਂ ਉਹਦੇ ਨਾਲ ਆ। ਇਹ ਬਹੁਤ ਬਿਲਕੁਲ ਸੱਚਾ ਬੰਦਾ ਸੀ, ਜਿਹਦੇ ਕਰਕੇ ਇਹਨੇ ਗੁੰਡਿਆਂ ਦਾ 50 ਸਾਲ ਦਾ ਰਾਜ ਖਤਮ ਕੀਤਾ ਸੀ। ਉਹਨਾਂ ਨੇ ਇੱਕ ਸਾਡੀ ਬੱਚੀ ਕਿਰਨਜੀਤ ਨੂੰ ਪੜ੍ਹ ਕੇ ਆਉਂਦੀ ਨੂੰ ਚੱਕ ਕੇ ਉਹਨੂੰ ਬਲਾਤਕਾਰ ਕਰਕੇ ਮਾਰੋ ਟੋੜੇ 'ਚ ਦੱਬਦੀ ਸੀ, ਟੋੜੇ 'ਚੋਂ ਕਢਾਈ ਸੀ। ਉਦੋਂ ਦੀ ਸਾਡੀ ਲੜਾਈ ਆ। ਅਸੀਂ ਅੱਗੇ ਵੀ ਇਹਦੀ ਸਜ਼ਾ ਰੱਦ ਕਰਾਈ ਆ। ਹੁਣ ਅਸੀਂ ਜ਼ਿੰਦਗੀਆਂ ਲਾ ਦਾਂਗੇ ਪਰ ਸਜ਼ਾ ਇਹਦੀ ਰੱਦ ਜ਼ਰੂਰ ਕਰਾਵਾਂਗੇ। ਕਿਸੇ ਹਰ ਹਾਲਤ ਇਹਨੂੰ ਅੰਦਰ ਨਹੀਂ ਰਹਿਣ ਦੇਵਾਂਗੇ। ਸਿਰਫ ਬਰਨਾਲਾ ਜ਼ਿਲ੍ਹੇ ਤੋਂ ਨਹੀਂ ਸਗੋਂ ਪੰਜਾਬ ਦੇ ਕੋਨੇ-ਕੋਨੇ ਤੋਂ ਸਾਹਿਤਕਾਰ, ਕਿਸਾਨ ਆਗੂ ਅਤੇ ਬੁੱਧੀਜੀਵੀ ਰੋਜ਼ਾਨਾ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਧਰਨਾ ਸਾਡਾ 20 ਤਰੀਕ ਤੋਂ ਪਟਿਆਲੇ ਤੱਕ ਚੱਲਿਆ ਆਉਂਦਾ। ਸ਼ਾਂਤਮਈ ਧਰਨਾ ਰੱਖਿਆ ਸੀ। ਸ਼ਾਂਤਮਈ ਧਰਨਾ ਲੋਕ ਅੱਕੇ ਪਏ ਨੇ। ਜਿਹੜੇ ਆਗੂ ਆ ਸਾਡੀ ਸੰਘਰਸ਼ ਕਮੇਟੀ ਆ ਉਹ ਸਿਆਣੇ ਆ, ਨਹੀਂ ਲੋਕ ਤਾਂ ਐਂ ਕਹਿੰਦੇ ਆ ਵੀ ਸਾਨੂੰ ਥੱਲਿਓਂ ਪਿੰਡਾਂ 'ਚ ਅਸੀਂ ਲੌਸਮੈਂਟਾਂ ਕਰਦੇ ਆ ਵੀ ਬੈਠਣ ਦਾ ਕੋਈ ਫਾਇਦਾ ਨਹੀਂ, ਆਪਾਂ ਰੇਲਾਂ ਜਾਓ ਜੇਲ੍ਹ ਭੰਨੋਈਆਂ ਜਾਂ ਗੱਲਾਂ। ਪਰ ਜਿਹੜੇ ਆਗੂ ਨੇ ਸਾਡੇ ਬਹੁਤ ਸਿਆਣੇ ਨੇ। ਅਸੀਂ ਸ਼ਾਂਤਮਈ ਧਰਨਾ ਦਿੱਤਾ 20 ਤਰੀਕ ਤੋਂ ਲਾ ਕੇ ਪਟਿਆਲੇ 'ਚ। ਹੁਣ ਵੀ ਅਸੀਂ ਸ਼ਾਂਤਮਈ ਨਾਲ ਦੇਵਾਂਗੇ। ਜੇ ਸਾਨੂੰ ਸੰਘਰਸ਼ ਕਮੇਟੀ ਕਹੂਗੀ ਪਿੰਡਾਂ ਦੇ ਪਿੰਡ ਉੱਠ ਕੇ ਅਸੀਂ ਰੇਲਾਂ ਦੀਆਂ ਲੀਹਾਂ ਤੇ ਬੈਠੇ ਚਾਹੀਦਾ। ਇਹ ਬੇਗਨਾਫੀ ਹੋਈ ਹੈ ਜੀ। ਅਸੀਂ ਇਸੇ ਲਈ ਇੰਨਾ ਜੁੜ ਰਹਾਂਗੇ। ਸਾਰੇ ਜਿੰਨੇ ਵੀ ਅਸੀਂ ਕਿਸਾਨ ਜੁੜ ਰਹਾਂਗੇ ਅਸੀਂ ਇਸੇ ਕੰਮ ਲਈ ਜੁੜੇ। ਅਸੀਂ ਮਨਜੀਤ ਧਨੇਰ ਨੂੰ ਕੱਢਣ ਵਾਸਤੇ ਆਏ ਆ, ਵੀ ਉਹਦੀ ਸਜ਼ਾ ਰੱਦ ਕਰਾਉਣ ਵਾਸਤੇ ਆਏ ਆ। ਜਿਹੜਾ ਮਨਜੀਤ ਵੀਰ ਆ ਉਹ ਸੁੱਟਣਾ ਚਾਹੀਦਾ, ਨਹੀਂ ਸੁੱਟ ਸਕਦਾ ਤਾਂ ਸਾਰੇ ਸਾਡਾ ਮੁਲਕ ਅੰਦਰ ਹੋਣਾ ਚਾਹੀਦਾ। ਅਸੀਂ ਜੇਲ੍ਹ ਦੇ ਅੰਦਰ ਨਾਲ ਉਹਦੇ ਜਾਣ ਨੂੰ ਤਿਆਰ। ਜਦੋਂ ਕਿਰਨਜੀਤ ਦੀ ਲਾਸ਼ ਕਢਾਈ ਆ ਅਸੀਂ ਸੜਕਾਂ ਵੀ ਬੰਦ ਕੀਤੀਆਂ, ਜੇਲ੍ਹਾਂ ਦੀਆਂ ਪਟੜੀਆਂ ਵੀ ਰੋਕੀਆਂ। ਹੁਣ ਵੀ ਅਸੀਂ ਇਹੀ ਕੁਝ ਕਰਾਂਗੇ। ਜਿੰਨਾ ਚਿਰ ਮਨਜੀਤ ਦੀ ਸਜ਼ਾ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਇੱਥੇ ਹੀ ਬੈਠਾਂਗੇ। ਫਿਰ ਤਾਂ ਬਹੁਤ ਗਲਤ ਕੰਮ ਹੋ ਰਿਹਾ ਹੈ। ਇਹ ਗਲਤ ਕੰਮ ਨੂੰ ਤਾਂ ਅਸੀਂ ਬਿਲਕੁਲ ਕਹਿੰਦੇ ਆ ਵੀ ਇਹੋ ਜਿਹੇ ਧੀਆਂ ਭੈਣਾਂ ਦੀ ਰਾਖੀ ਕਰਨ ਵਾਲਿਆਂ ਨੂੰ ਸੀਖਾਂ ਦੇ ਅੰਦਰ ਬੰਦ ਕਰਦੇ ਨੇ ਤਾਂ ਗੁੰਡਿਆਂ ਨੂੰ ਤਾਂ ਫਿਰ ਇਹ ਸੜਕਾਂ ਤੇ ਫੇਰਦੇ ਨੇ ਵੀ ਧੀਆਂ ਭੈਣਾਂ ਦੀ ਇੱਜ਼ਤ ਲੁੱਟੋ। ਅਸੀਂ ਇਹ ਗੱਲ ਦੇ ਬਰਖਲਾਫ ਹਾਂ। ਅਸੀਂ ਕਹਿੰਦੇ ਵੀ ਵੀਰ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਵੇ ਤੇ ਆਹ ਗੁੰਡਿਆਂ ਦਾ ਰਾਜ ਬੰਦ ਹੋਵੇ ਤੇ ਅਸੀਂ ਇਹ ਐਵੇਂ ਜ਼ਿਕਰੀ ਰੱਖਾਂਗੇ। ਐਵੇਂ ਹੀ ਚੱਲਦਾ ਧਰਨਾ, ਐਵੇਂ ਹੀ ਚਲਾਵਾਂਗੇ। ਮੇਰੇ ਵੀਰੋ, ਮੈਂ ਮਨਜੀਤ ਧਨੇਰ ਵਾਸਤੇ ਬੇਨਤੀ ਕਰਦੀ ਆ, ਮੇਰਾ ਵੀਰ ਸਿੱਖਾਂ ਦੇ ਵਿੱਚ ਕਿਉਂ ਦਿੱਤਾ ਗਿਆ। ਇਹ ਬਹੁਤ ਇਹਨਾਂ ਨੇ ਧੋਖਾ ਕੀਤਾ ਤੇ ਅਸੀਂ ਵੀ ਅੰਦਰ ਹੋਣ ਨੂੰ ਤਿਆਰ ਆ। ਹਿੰਮਤ ਨਹੀਂ ਹਾਰਦੇ ਹੈਗੇ ਤੇ ਅਸੀਂ ਨੇ ਇਹਦੀ ਹਿੰਮਤ ਛੱਡਣੀ ਨਹੀਂ, ਪੂਰਾ ਲਾਹਾ ਦੇਵਾਂਗੇ। ਇਹ ਦੋ ਜਮਾਤਾਂ ਦੀ ਲੜਾਈ ਹੈ, ਇੱਕ ਲੁੱਟੇ ਜਾਣ ਵਾਲੇ ਲੋਕਾਂ ਦੀ ਤੇ ਇੱਕ ਲੁੱਟਣ ਵਾਲਿਆਂ ਦੀ। ਇਸ ਕਰਕੇ ਜਿਹੜੀ ਇਹ ਸਾਡੀ ਲੜਾਈ ਹੈ ਇਹ ਹੱਕੀ ਲੜਾਈ ਹੈ। ਇਸ ਲੜਾਈ ਦਾ ਜਿਹੜਾ ਰੂਪ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ
ਹੋਰ ਵੱਡਾ ਹੋਣਾ। ਇੱਥੇ ਅੱਜ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਤੋਂ ਬੁੱਧੀਜੀਵੀ, ਰੰਗਕਰਮੀ, ਲੇਖਕ, ਪੱਤਰਕਾਰ ਆਏ ਨੇ। ਨੌਜਵਾਨ, ਔਰਤਾਂ, ਖੇਤ ਮਜ਼ਦੂਰ, ਕਿਸਾਨ ਪਹੁੰਚੇ ਨੇ। ਵੱਡਾ ਇਕੱਠ ਹੋਇਆ ਤੇ 22 ਤਰੀਕ ਨੂੰ ਪੰਜਾਬ ਦੇ ਨੌਜਵਾਨ, ਚਾਹੇ ਉਹ ਘਰਾਂ ਦੇ ਵਿੱਚ ਰਹਿ ਰਹੇ ਨੇ, ਚਾਹੇ ਉਹ ਕਲੱਬ ਬਣਾਏ ਹੋਏ ਨੇ, ਚਾਹੇ ਉਹ ਪੜ੍ਹਦੇ ਸਕੂਲਾਂ ਤੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਹੈ, ਉਹ ਮੁੰਡੇ ਕੁੜੀਆਂ 22 ਤਰੀਕ ਨੂੰ ਵੱਡੀ ਪੱਧਰ ਤੇ ਇਕੱਠੇ ਹੋ ਰਹੇ ਨੇ। ਜਿਹੜਾ ਸਰਕਾਰ ਦੇ ਚੁੱਪ ਵੱਟੀ ਹੋਈ ਹੈ, ਜਿਹੜਾ ਕੈਪਟਨ ਨੇ ਆਪਦੇ ਦੰਦ ਜੋੜੇ ਹੋਏ ਹੈ, ਉਹਨੂੰ ਖੋਲਣੇ ਪੈਣੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਨੇ ਹੋਰ ਵਿਸ਼ਾਲ ਹੋਣਾ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਉਣਾ। 26 ਤਰੀਕ ਨੂੰ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੋ ਵੀ ਅਸੀਂ ਜਿਹੜੀ ਫਾਈਲ ਆ ਉਹ ਜਲਦੀ ਰਾਜਪਾਲ ਕੋਲੇ ਪਹੁੰਚਦਿਆਂ ਕਰ ਦਾਂਗੇ, ਪਰ ਇਹ ਜਿਹੜਾ ਧਰਨਾ ਗਾ ਇਹ ਗੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਖਾਤਰ ਜਾ ਰਿਹਾ ਕਿ ਇਹ ਸੁਨੇਹਾ ਗਾ ਕਿ ਜੇਕਰ ਸਾਡੇ ਮਨਜੀਤ ਧਨੇਰ ਨੂੰ, ਜੋ ਕਿ ਨਿਹੱਕੀ ਸਜ਼ਾ ਦੇ ਵਿੱਚ ਸਿੱਖਾਂ ਦੇ ਪਿੱਛੇ 30 ਤਰੀਕ ਤੋਂ ਬੰਦ ਹੈ, ਜੇ ਤਾਂ ਉਹਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਇਹ ਜਿਹੜੇ ਲੋਕਾਂ ਦੇ ਲਹਿਰਾਂ ਦੇ ਇਕੱਠ ਨੇ ਉਹ ਦਿਨੋਂ ਦਿਨ ਵੱਧਦੇ ਜਾਣਗੇ। ਇਹ ਕਾਫਲੇ ਨੇ ਹੋਰ ਪ੍ਰਚੰਡ ਹੁੰਦੇ ਜਾਣਗੇ ਤੇ ਇਹਦੇ ਵਿੱਚ ਔਰਤਾਂ, ਮਜ਼ਦੂਰ, ਨੌਜਵਾਨ, ਮੁਲਾਜ਼ਮ ਤੇ ਹੋਰ ਵੀ ਜਮਹੂਰੀ ਕਾਰਕੁਨ, ਪੱਤਰਕਾਰ ਤੇ ਸਾਹਿਤਕਾਰ ਜਿਵੇਂ ਅੱਜ ਸ਼ਾਮਲ ਹੋਏ ਨੇ, ਇਦੋਂ ਵੀ ਵੱਡੀ ਗਿਣਤੀ ਦੇ ਸ਼ਾਮਲ ਹੋਣਗੇ। ਤੇ ਅਸੀਂ ਇਹ ਤਹਈਆ ਹੀ ਕੀਤਾ ਹੋਇਆ ਵੀ ਜਿੰਨਾ ਚਿਰ ਮਨਜੀਤ ਧਨੇਰ ਨੂੰ ਸਿੱਖਾਂ ਦੇ ਪਿੱਛੋਂ ਬਾਹਰ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਉਹਨਾਂ ਚਿਰ ਟੇਕੇ ਨਹੀਂ ਬੈਠਾਂਗੇ। ਧਨੇਰ ਦੀ ਰਿਹਾਈ ਲਈ ਇਹ ਧਰਨਾ ਬਰਨਾਲਾ ਸੰਗਰੂਰ ਹਾਈਵੇ ਤੇ ਬਿਲਕੁਲ ਜੇਲ੍ਹ ਗੇਟ ਤੇ ਬਾਹਰ ਲਗਾਤਾਰ ਜਾਰੀ ਹੈ। ਮਨਜੀਤ ਸਿੰਘ ਧਨੇਰ ਦੀ ਸਜ਼ਾ ਮਾਫੀ ਦੇ ਲਈ ਬਰਨਾਲਾ ਦੇ ਵਿੱਚ ਲੱਗਿਆ ਧਰਨਾ ਅੱਜ 16ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਔਰ 30 ਸਤੰਬਰ ਨੂੰ ਇਹ ਧਰਨਾ ਲੱਗਿਆ ਸੀਗਾ ਬਰਨਾਲਾ ਦੀ ਜੇਲ੍ਹ ਦੇ ਬਾਹਰ ਔਰ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਧਰਨਾ ਸ਼ਾਇਦ ਥੋੜੇ ਦਿਨ ਲੱਗਣਗੇ ਤਾਂ ਠੰਡਾ ਪੈ ਜਾਏਗਾ, ਪਰ ਇਹ ਹੋਰ ਜ਼ਿਆਦਾ ਵਿਸ਼ਾਲ ਹੋ ਗਿਆ, ਹੋਰ ਜ਼ਿਆਦਾ ਵੱਡਾ ਹੋ ਗਿਆ। ਆ ਤੁਸੀਂ ਦੇਖ ਰਹੇ ਹੋ, ਆ ਬਰਨਾਲਾ ਦੀ ਜੇਲ੍ਹ ਹੈਗੀ ਆ ਜਿੱਥੇ ਮਨਜੀਤ ਸਿੰਘ ਧਨੇਰ ਨੂੰ ਰੱਖਿਆ ਗਿਆ ਔਰ ਆਹ ਦੇਖ ਰਹੇ ਹੋ ਇਹ ਧਰਨਾ ਲੱਗਿਆ ਹੋਇਆ ਬਿਲਕੁਲ ਜੇਲ੍ਹ ਦੇ ਬਾਹਰ ਇੱਕ ਵਿਸ਼ਾਲ ਧਰਨਾ ਲਾਇਆ ਹੋਇਆ ਔਰ ਲਗਭਗ 16 ਦਿਨ ਇਸ ਧਰਨੇ ਨੂੰ ਹੋ ਗਏ ਨੇ ਔਰ ਲੋਕਾਂ ਦਾ ਇਕੱਠ ਦਿਨ ਬ ਦਿਨ ਵੱਧਦਾ ਜਾ ਰਿਹਾ। ਅੱਜ ਭਾਵੇਂ ਉਹ ਲੇਖਕ ਹੋਣ, ਭਾਵੇਂ ਪੱਤਰਕਾਰ ਹੋਣ, ਭਾਵੇਂ ਵੱਖ-ਵੱਖ ਵਰਗਾਂ ਦੇ ਲੋਕ ਹੋਣ, ਉਹਨਾਂ ਨੇ ਇਸ ਧਰਨੇ ਨੂੰ ਸਮਰਥਨ ਦਿੱਤਾ।